ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 25 ਨਵੰਬਰ ਹੈ, ਦਿਨ ਵੀਰਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਕੇਂਦਰੀ ਕੈਬਨਿਟ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਵਾਲਾ ਬਿੱਲ ਹੈ ਜਿਹੜਾ ਉਹ ਪਾਸ ਕਰ ਦਿੱਤਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ 29 ਤਰੀਕ ਨੂੰ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਦੇ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ ਤੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਸਰਕਾਰ ਸਾਡੀਆਂ ਬਾਕੀ ਮੰਗਾਂ ਵੱਲ ਵੀ ਧਿਆਨ ਦੇਵੇ। ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਖਬਰ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ MP ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਕਾਂਗਰਸ ਨਾਲ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ, ਕਿਸ ਨਾਲੋਂ ਤੁਸੀਂ ਇਸ ਬਾਰੇ ਸਾਨੂੰ ਸਥਿਤੀ ਸਪਸ਼ਟ ਕਰੋ। ਹਰੀਸ਼ ਚੌਧਰੀ ਜਿਹੜੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ, ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਚਿੱਠੀ ਕੱਢੀ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚੋਂ ਗਏ ਨੇ, ਨਵੀਂ ਪਾਰਟੀ ਬਣਾਈ ਹੈ, ਉਦੋਂ ਤੋਂ ਤੁਹਾਡੇ ਤੇਵਰ ਬਦਲੇ ਹੋਏ ਨੇ। ਤੁਹਾਡੇ ਜਿਹੜੇ ਬਿਆਨ ਹੈਗੇ ਨੇ ਉਹ ਪਾਰਟੀ ਦੇ ਡਿਸਪਲਿਨ ਦੇ ਉਲਟ ਹੈਗੇ ਨੇ। ਇਸ ਕਰਕੇ ਤੁਸੀਂ ਆਪਣਾ ਪੱਖ ਸਪਸ਼ਟ ਕਰੋ ਕਿ ਤੁਸੀਂ ਕਿਹੜੀ ਪਾਰਟੀ ਨਾਲ ਹੋ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਐਲਾਨ ਕਰ ਦਿੱਤਾ ਹੈ ਕਿ ਮੈਂ ਉੱਤਰਾਖੰਡ ਅਤੇ UP ਦੀਆਂ ਚੋਣਾਂ ਦੇ ਵਿੱਚ BJP ਦੇ ਲਈ ਪ੍ਰਚਾਰ ਕਰਾਂਗਾ। ਕੈਪਟਨ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਵਿੱਚ ਜਿੱਥੇ ਸਿੱਖਾਂ ਦੀ ਵਸੋਂ ਜ਼ਿਆਦਾ ਹੈ ਉੱਥੇ ਇਹ ਚੋਣ ਪ੍ਰਚਾਰ ਕਰਨਗੇ BJP ਦੀ ਖਾਤਰ। ਪ੍ਰਦੂਸ਼ਣ ਦੇ ਮਸਲੇ ਤੇ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੂੰ ਝਾੜਾਂ ਪਾਉਣ ਤੋਂ ਬਾਅਦ ਹੁਣ ਦੇਸ਼ ਦੀ ਅਫਸਰਸ਼ਾਹੀ ਨੂੰ ਲਾਹਨਤਾਂ ਪਾਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਕਰਜ਼ਈ ਹੋ ਚੁੱਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਭਰੇਗੀ। ਨਾਲ ਹੀ ਸਾਲਾਨਾ ਗ੍ਰਾਂਟ 114 ਕਰੋੜ ਰੁਪਏ ਤੋਂ ਵਧਾ ਕੇ 240 ਕਰੋੜ ਰੁਪਏ ਕਰ ਦਿੱਤੀ ਹੈ। ਪਟਿਆਲਾ ਪਹੁੰਚੇ ਮੁੱਖ ਮੰਤਰੀ ਚੰਨੀ ਦਾ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ ਕੀਤਾ। ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਨੇ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਲੱਖੇ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੇ ਬਾਅਦ ਵਿੱਚ ਛੱਡ ਦਿੱਤਾ ਸੀ। ਯੂਨੀਵਰਸਿਟੀ ਦੇ ਵਿੱਚ ਹੀ ਕਾਂਗਰਸ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੂੰ RSS ਦਾ ਬੰਦਾ ਦੱਸਿਆ ਅਤੇ ਗੁੱਸਾ ਕੱਢਿਆ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਿਧਾਇਕ ਜਲਾਲਪੁਰ ਦੇ ਨਾਲ ਗੁੱਸੇ ਹੁੰਦੇ ਵੇਖੇ ਗਏ। ਬੇਅਦਬੀ ਕਾਂਡ ਦੇ ਵਿੱਚ ਫਸੇ ਹੋਏ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਦੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਪੰਜਾਬ ਪੁਲਿਸ ਦੀ ਸਿੱਟ ਨੇ ਤਲਬ ਕੀਤਾ ਹੈ। ਚੇਅਰਪਰਸਨ ਵਿਪਾਸਨਾ ਨੂੰ ਹੁਕਮ ਦਿੱਤੇ ਨੇ ਕਿ ਉਹ ਪੁੱਛ ਪੜਤਾਲ ਦੇ ਲਈ 26 ਨਵੰਬਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਵੇ। ਤੇ ਉਧਰ ਡੱਬ ਵਾਲੀ ਦੀ ਖਬਰ ਵੀ ਤੁਹਾਨੂੰ ਦੱਸ ਦਿੰਦੇ ਹਾਂ। ਕੱਲ ਵੀ ਆਪਾਂ ਖਬਰ ਦੱਸੀ ਸੀ ਕਿ ਇੱਥੇ ਐਕਸਪ੍ਰੈਸ ਵੇ ਦੇ ਤਹਿਤ ਸਰਕਾਰ ਹੁਣ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੀ ਹੈ। ਸਰਕਾਰੀ ਤੰਤਰ ਨੇ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸ ਵੇ ਨੈਸ਼ਨਲ ਹਾਈਵੇ 754 ਦੇ ਲਈ ਗ੍ਰੈਂਡ ਜ਼ਮੀਨ ਦੀ ਕਬਜ਼ਾ ਕਾਰਵਾਈ ਪੰਜਾਬ ਸਰਹੱਦ ਤੋਂ ਕਰੀਬ 17 ਕਿਲੋਮੀਟਰ ਦੂਰ ਪਿੰਡ ਅਬੁਬ ਸ਼ਹਿਰ ਤੱਕ ਨੇਪਰੇ ਚਾੜ ਲਈ। ਡੱਬ ਵਾਲੀ ਹਲਕੇ ਦੇ ਵਿੱਚ ਐਕਸਪ੍ਰੈਸ ਵੇ ਦਾ ਕਰੀਬ 34.8 ਕਿਲੋਮੀਟਰ ਖੇਤਰ ਆਉਂਦਾ ਹੈ। ਕਿਸਾਨਾਂ ਨੇ ਗ੍ਰੀਨ ਫੀਲਡ ਦੇ ਵਿੱਚ 70 ਮੀਟਰ ਗ੍ਰੈਂਡ ਰਕਬੇ ਤੋਂ ਬਾਹਰਲੀ ਜ਼ਮੀਨ ਕਬਜ਼ੇ ਵਿੱਚ ਲੈਣ ਤੇ ਖੜੀਆਂ ਫਸਲਾਂ ਉਜਾੜਨ ਤੇ NHAI ਪ੍ਰਸ਼ਾਸਨਿਕ ਅਫਸਰਾਂ ਖਿਲਾਫ ਸਿਟੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਕਿਸਾਨਾਂ ਨੇ ਮੀਟਿੰਗ ਕਰਕੇ ਟਰੈਕਟਰਾਂ ਤੇ ਖੱਟਰ ਸਰਕਾਰ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕੀਤਾ। ਬੇਅਦਬੀ ਮਾਮਲੇ ਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਹੈ ਕਿ ਕਸਬਾ ਭਗਤਾ ਭਾਈਕਾ ਵਿੱਚ ਡੇਰਾ ਸਿਰਸਾ ਦੇ ਸਮਰਥਕ ਮਨੋਹਰ ਲਾਲ ਦੇ ਕਰੀਬ 1 ਸਾਲ ਪਹਿਲਾਂ ਹੋਏ ਕਤਲ ਸੰਬੰਧੀ ਮਾਮਲੇ ਦੀ ਜਾਂਚ ਲਈ NIA ਦੀ ਇੱਕ ਟੀਮ ਭਗਤਾ ਭਾਈਕਾ ਪਹੁੰਚ ਗਈ। ਪੰਜਾਬ ਦੇ ਕੇਬਲ ਆਪਰੇਟਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ ਤੇ ਸਵਾਲ ਚੁੱਕੇ ਨੇ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ 100 ਰੁਪਏ ਪ੍ਰਤੀ ਮਹੀਨਾ ਹੀ ਕੇਬਲ ਵਾਲਿਆਂ ਨੂੰ ਦਿੱਤਾ ਜਾਵੇ। ਉਸ ਤੋਂ ਬਾਅਦ ਜਿਹੜੇ ਕੇਬਲ ਆਪਰੇਟਰ ਹੈਗੇ ਨੇ ਉਹਨਾਂ ਨੇ ਅਦਾਲਤ ਵੱਲ ਜਾਣ ਦੀ ਤਿਆਰੀ ਵੀ ਖਿੱਚ ਦਿੱਤੀ ਹੈ। ਬਠਿੰਡਾ ਦੇ ਵਿੱਚ ਸਰਕਾਰੀ ਬੱਸ ਕਾਮਿਆਂ ਨੇ ਨਿੱਜੀ ਟਰਾਂਸਪੋਰਟਰਾਂ ਦੇ ਖਿਲਾਫ ਜਾਮ ਲਾ ਦਿੱਤਾ, ਧਰਨਾ ਦਿੱਤਾ। PRTC ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਨੀਤੀਆਂ ਤੇ ਮੋਹਰ ਲਾਉਣ ਲਈ ਖੁੱਲ੍ਹ ਕੇ ਮੈਦਾਨ ਵਿੱਚ ਆ ਗਈ। ਜਥੇਬੰਦੀ ਦੇ ਕਾਰਕੁਨਾਂ ਨੇ ਪੁਰਾਣੀ ਸਮਾਂ ਸਾਰਣੀ ਮੁਤਾਬਿਕ ਬਠਿੰਡਾ ਬੱਸ ਅੱਡੇ ਦੇ ਕਾਊਂਟਰਾਂ ਤੋਂ ਗੱਡੀਆਂ ਚਲਾ ਰਹੇ ਨਿੱਜੀ ਬੱਸ ਆਪਰੇਟਰਾਂ ਨੂੰ ਰੋਕਣ ਲਈ ਅੱਡੇ ਦੇ ਗੇਟ ਤੇ ਧਰਨਾ ਲਾ ਕੇ ਲਾਰੀਆਂ ਦਾ ਚੱਕਾ ਜਾਮ ਕਰ ਦਿੱਤਾ। ਯੂਨੀਅਨ ਕਾਮਿਆਂ ਨੇ ਇਸ ਮੌਕੇ ਰਾਜਾ ਵੜਿੰਗ ਦੇ ਹੱਕ ਵਿੱਚ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਵਿਰੁੱਧ ਨਾਅਰੇ ਵੀ ਲਾਏ ਤੇ 48 ਕਾਮਿਆਂ ਨੇ ਸਮਾਂ ਸਾਰਣੀ ਦੇ ਮੁੱਦੇ ਤੇ ਸਾਰੇ ਸਰਕਾਰੀ ਡਿਪੂ ਬੰਦ ਕਰਕੇ ਸੰਘਰਸ਼ ਕਰਨ ਦੀ ਚੇਤਾਵਨੀ ਦੇ ਦਿੱਤੀ।
ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਕੇਂਦਰੀ ਮੰਤਰੀ ਮੰਡਲ ਨੇ ਆਖਿਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੇ ਵਿੱਚ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ। ਉਸ ਤੋਂ ਕੁਝ ਦਿਨਾਂ ਬਾਅਦ ਫਾਰਮ ਲਾਜ਼ ਰਿਪੀਲ ਬਿੱਲ 2021 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨਵਾਂ ਬਿੱਲ ਹੁਣ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਪਾਸ ਹੋਣ ਦੇ ਲਈ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਤਿੰਨੇ ਖੇਤੀ ਦੇ ਕਾਨੂੰਨ ਵਾਪਸ ਲਏ ਜਾਣਗੇ। ਯਾਨੀ ਕਿ ਹੁਣ ਸਰਕਾਰ ਨੇ ਮਜਬੂਰੀ ਹੋਵੇ, ਚਾਹੇ ਅੰਦਰੋਂ ਖੁਸ਼ੀ ਹੋਵੇ ਜਾਂ ਫਿਰ ਕੋਈ ਸਿਆਸੀ ਹਿੱਤ ਹੋਵੇ, ਜੋ ਵੀ ਹੋਵੇ, ਪਰ ਸਰਕਾਰ ਹੁਣ ਪੱਕੇ ਤੌਰ ਤੇ ਮੰਨ ਚੁੱਕੀ ਹੈ ਕਿ ਇਹ ਖੇਤੀ ਦੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਅਗਲੇ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਅਨੁਰਾਗ ਠਾਕੁਰ ਨੇ ਕਿਹਾ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਰਹਿੰਦੀ ਬਾਕੀ ਪ੍ਰਕਿਰਿਆ ਪੂਰੀ ਕਰ ਦਿੱਤੀ ਜਾਏਗੀ। ਅਨੁਰਾਗ ਠਾਕੁਰ ਨੇ ਇੱਕ ਹੋਰ ਐਲਾਨ ਵੀ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਦਸੰਬਰ 2021 ਤੋਂ ਲੈ ਕੇ ਮਾਰਚ 2022 ਤੱਕ 4 ਮਹੀਨਿਆਂ ਤੱਕ ਵਧਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਅੰਨ ਯੋਜਨਾ ਜਿਹੜੀ ਹੈਗੀ ਹੈ ਉਸ ਨੂੰ ਐਕਸਟੈਂਡ ਨਹੀਂ ਕੀਤਾ ਜਾਵੇਗਾ ਤੇ ਹੁਣ ਜਿਹੜਾ ਹੈਗਾ ਐਲਾਨ ਕਰ ਦਿੱਤਾ ਗਿਆ। ਤੇ ਜਦੋਂ ਮੋਦੀ ਸਰਕਾਰ ਨੇ ਜਿਹੜੀ ਯੋਜਨਾ ਸੀਗੀ ਉਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਯੋਜਨਾ ਨੂੰ, ਇਸ ਸਕੀਮ ਨੂੰ ਅਗਲੇ 4 ਮਹੀਨਿਆਂ ਤੱਕ ਵਧਾ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਵੀ ਐਕਸਟੈਂਡ ਕਰ ਦਿੱਤਾ ਹੈ ਤੇ ਇਸ ਤੇ ਕੁੱਲ ਮਿਲਾ ਕੇ 53,344 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਸਕੀਮ ਦੇ ਰਾਹੀਂ ਦੇਸ਼ ਦੇ ਲਗਭਗ 80 ਕਰੋੜ ਤੋਂ ਵੱਧ ਲੋਕਾਂ ਨੂੰ 5 ਕਿਲੋ ਅਨਾਜ ਜਾਂ ਚੌਲ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ। माननीय प्रधानमंत्री जी ने गुरपुर्ब के अवसर पर देश को संबोधित करते हुए ये घोषणा की थी कि तीनों कृषि कानून वापस लिए जाएंगे और ये तीनों कृषि कानून, जिसमें पहला कृषि उत्पादन व्यापार और वाणिज्य विधेयक 2020 है, दूसरा मूल्य आश्वासन एवं कृषि सेवाओं पर कृषक सशक्तिकरण एवं संरक्षण अनुबंध विधेयक 2020 व तीसरा जो है आवश्यक वस्तु संशोधन बिल को, इन तीनों को ही वापस लेने की उन्होंने उस समय घोषणा की थी। और उसके बाद आज जब कैबिनेट की बैठक हुई तो उसमें इन सभी औपचारिकताओं को पूरा करके कैबिनेट ने तीनों बिल वापस लेने का जो औपचारिकता है उसको पूरा किया है। कुछ ही दिनों के बाद अगले हफ्ते की शुरुआत में पार्लियामेंट का सत्र आएगा और ये जो तीनों विधेयक लोकसभा राज्यसभा में पूर्व में पास हुए थे, इनको वहाँ पर बाकी जो प्रक्रिया वापस लेने की वहाँ पर पूरी कर दी जाएगी। ਕੇਂਦਰੀ ਕੈਬਨਿਟ ਦੇ ਇਸ ਫੈਸਲੇ ਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸੀਂ ਚਿੱਠੀ ਭੇਜ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਬਾਰੇ ਵੀ ਜਾਣੂ ਕਰਵਾਇਆ ਹੈ, ਉਹ ਮੰਗਾਂ ਵੀ ਯਾਦ ਕਰਵਾਈਆਂ ਨੇ। ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਤਾਂ ਕਹਿ ਹੀ ਦਿੱਤਾ ਹੈ ਕਿ MSP ਦਾ ਕਾਨੂੰਨ ਜਦੋਂ ਤੱਕ ਨਹੀਂ ਬਣੇਗਾ ਉਦੋਂ ਤੱਕ ਅਸੀਂ ਬਾਰਡਰਾਂ ਤੋਂ ਵਾਪਸ ਨਹੀਂ ਜਾਵਾਂਗੇ। ਹਾਲਾਂਕਿ ਜਦੋਂ ਪਾਰਲੀਮੈਂਟ ਦੇ ਵਿੱਚ ਜੇ ਤਿੰਨੇ ਕਾਨੂੰਨ ਰੱਦ ਹੋ ਜਾਂਦੇ ਨੇ ਉਸ ਤੋਂ ਬਾਅਦ ਮੋਰਚਿਆਂ ਦੇ ਵਿੱਚ ਜਿਹੜੇ ਡਟੇ ਬੈਠੇ ਕਿਸਾਨ ਨੇ, ਕਿਉਂਕਿ ਫਰਕ ਹੈ ਇੱਥੇ, ਕਿਸਾਨ ਲੀਡਰ ਨੇ ਜਿਹੜੇ ਉਹ ਅਗਵਾਈ ਕਰ ਰਹੇ ਨੇ ਉਹ ਪੂਰਾ ਸਮਾਂ ਮੋਰਚਿਆਂ ਦੇ ਵਿੱਚ ਮੌਜੂਦ ਨਹੀਂ ਹੁੰਦੇ। ਜਿਨ੍ਹਾਂ ਨੇ ਮੋਰਚਾ ਹੁਣ ਤੱਕ ਸਾਂਭਿਆ ਹੋਇਆ ਹੈ, ਜਿਹੜੇ ਉੱਥੇ ਡਟ ਕੇ ਬੈਠੇ ਨੇ, ਕਿਉਂਕਿ ਜੇ ਗਿਣਤੀ ਹੀ ਨਹੀਂ ਹੋਊਗੀ ਤਾਂ ਮੋਰਚਾ ਕਾਹਦਾ। ਸੋ ਜਿਹੜੇ ਡਟ ਕੇ ਬੈਠੇ ਨੇ ਉਹਨਾਂ ਦਾ ਕੀ ਰੁਖ ਹੋਏਗਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ, ਰੱਦ ਕੀਤੇ ਜਾਣ ਤੋਂ ਬਾਅਦ, ਇਹ ਦੇਖਣਾ ਬੜਾ ਅਹਿਮ ਰਹੇਗਾ। ਦੂਸਰੇ ਪਾਸੇ ਰਾਕੇਸ਼ ਟਿਕੈਤ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ 29 ਨਵੰਬਰ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਹਾਲੇ ਉਸੇ ਤਰ੍ਹਾਂ ਹੀ ਹੈ। 29 ਨਵੰਬਰ ਨੂੰ 60 ਟਰੈਕਟਰ ਨੇ ਜਿਹੜੇ ਉਹ ਟਰੈਕਟਰ ਮਾਰਚ ਦੇ ਵਿੱਚ ਜਾਣਗੇ। ਟਰੈਕਟਰ ਉਹਨਾਂ ਰਾਹਾਂ ਤੇ ਜਾਣਗੇ ਜਿਹੜੇ ਰਾਹ ਸਰਕਾਰ ਨੇ ਖੋਲੇ ਨੇ। ਟਿਕੈਤ ਨੇ ਕਿਹਾ ਕਿ ਸਾਡੇ ਤੇ ਦੋਸ਼ ਲੱਗਿਆ ਸੀ ਕਿ ਅਸੀਂ ਰਾਹ ਬੰਦ ਕੀਤੇ, ਪਰ ਅਸੀਂ ਰਾਹ ਬੰਦ ਨਹੀਂ ਕੀਤੇ। ਸਾਡਾ ਅੰਦੋਲਨ ਸਰਕਾਰ ਦੇ ਨਾਲ ਗੱਲ ਕਰਕੇ ਹੀ ਨਿਬੜਨਾ ਸੀਗਾ ਤੇ ਅਸੀਂ ਗੱਲ ਹਮੇਸ਼ਾ ਕਰਨਾ ਚਾਹੁੰਦੇ ਹਾਂ। ਕੇਂਦਰੀ ਕੈਬਨਿਟ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਟਵੀਟ ਕਰਕੇ ਕਿਹਾ ਕਿਸਾਨਾਂ ਨੂੰ ਵਧਾਈਆਂ, ਕੇਂਦਰੀ ਮੰਤਰੀ ਮੰਡਲ ਨੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਨੂੰ ਯਕੀਨ ਹੈ ਕਿ ਕਿਸਾਨ ਛੇਤੀ ਹੀ ਆਪਣੇ ਪਰਿਵਾਰਾਂ ਸਮੇਤ ਵਾਪਸ ਆਪਣੇ ਘਰਾਂ ਨੂੰ ਪਰਤ ਆਉਣਗੇ, ਇਹ ਕਿਹਾ ਹੈ ਕੈਪਟਨ ਅਮਰਿੰਦਰ ਨੇ।
ਤੇ ਉਧਰ ਕਿਸਾਨਾਂ ਦੇ ਵੱਲੋਂ 26 ਨਵੰਬਰ ਦੀ ਵਰ੍ਹੇਗੰਢ ਮਨਾਉਣ ਦੀਆਂ ਵੀ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਕਿਸਾਨ ਲਗਾਤਾਰ ਮੋਰਚਿਆਂ ਦੇ ਵੱਲ ਵਧ ਰਹੇ ਨੇ। ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੋਰਚਿਆਂ ਦੇ ਵਿੱਚ ਮੁੜ ਤੋਂ ਸ਼ਾਮਿਲ ਹੋਣ ਦੇ ਲਈ ਜਾ ਰਹੇ ਨੇ। 26 ਨਵੰਬਰ ਨੂੰ ਖਾਸ ਜਿਹੜੇ ਸਮਾਗਮ ਨੇ ਉਹ ਕਰਵਾਏ ਜਾਣਗੇ ਇਹਨਾਂ ਮੋਰਚਿਆਂ ਦੇ ਉੱਤੇ। ਇੱਕ ਤਾਂ 1 ਸਾਲ ਹੋ ਜਾਏਗਾ ਇਸ ਸੰਘਰਸ਼ ਨੂੰ ਤੇ ਦੂਸਰਾ ਕਿਸਾਨ ਨੇ ਜਿਹੜੇ ਉਹ ਆਪਣੀ ਜਿੱਤ ਵੱਲ ਵਧ ਰਹੇ ਨੇ। ਸੋ ਇਸ ਵਾਰੀ ਜਿਹੜੀ ਜਿੱਤ ਦੀ ਖੁਸ਼ੀ ਦੇ ਵਜੋਂ ਇਹ ਜਿਹੜੀ ਵਰ੍ਹੇਗੰਢ ਹੈ ਉਹ ਮਨਾਈ ਜਾਏਗੀ। ਇਹ ਮੰਨਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ। ਟਿੱਕਰੀ ਤੇ ਸਿੰਘੂ ਬਾਰਡਰ ਤੇ ਲੋਕਾਂ ਦੀ ਭੀੜ ਹੈ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ ਹੈ। ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ। 26 ਨਵੰਬਰ ਦੇ ਪ੍ਰੋਗਰਾਮ ਨੂੰ ਲੈ ਕੇ ਟਿੱਕਰੀ ਬਾਰਡਰ ਤੇ ਕਿਸਾਨ ਲੀਡਰਾਂ ਦੀ ਪੁਲਿਸ ਦੇ ਨਾਲ ਵੀ ਬੈਠਕ ਹੋਈ ਹੈ। ਇਸ ਦੀ ਵੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਟਿੱਕਰੀ ਬਾਰਡਰ ਤੇ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਹੋਈ ਹੈ। ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਭਰੋਸਾ ਦਿਵਾਇਆ ਕਿ 26 ਨਵੰਬਰ ਦੇ ਪ੍ਰੋਗਰਾਮ ਦੇ ਮੌਕੇ ਅਸੀਂ ਸ਼ਰਾਰਤੀ ਅਨਸਰਾਂ ਨੂੰ ਖੁਦ ਕੰਟਰੋਲ ਕਰਾਂਗੇ। ਟਿੱਕਰੀ ਜਿਹੜੀ ਦਿੱਲੀ ਪੁਲਿਸ ਹੈ ਉਸਨੇ ਕਿਹਾ ਕਿ ਟਿੱਕਰੀ ਬਾਰਡਰ ਦੇ ਰਾਹ ਖੁੱਲੇ ਰਹਿਣਗੇ। ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਐਸਐਚਓ ਅਤੇ ਏਸੀਪੀ ਨੇ ਕਿਸਾਨਾਂ ਦੇ ਨਾਲ ਸੁਰੱਖਿਆ ਦੇ ਮੱਦੇਨਜ਼ਰ ਇਹ ਮੀਟਿੰਗ ਸੱਦੀ ਸੀ ਤਾਂ ਕਿ ਕੋਈ ਸ਼ਰਾਰਤੀ ਅਨਸਰ ਜਿਹੜਾ ਇਸ ਅੰਦੋਲਨ ਦੇ ਵਿੱਚ ਆ ਕੇ ਕਿਸੇ ਵੀ ਕਿਸਮ ਦੀ ਸ਼ਰਾਰਤ ਹੈ ਜਿਹੜੀ ਉਹ ਨਾ ਕਰ ਸਕੇ, ਮਾਹੌਲ ਖਰਾਬ ਨਾ ਕਰੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲਖਨਊ ਦੇ ਵਿੱਚ ਯੂਪੀ ਦੇ ਲਖਨਊ ਦੇ ਵਿੱਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ ਹੋਈ ਸੀ। ਇੱਥੇ ਰਾਕੇਸ਼ ਟਿਕੈਤ ਨੇ ਚੇਤਾਵਨੀ ਦਿੱਤੀ ਸੀ ਅਜੇ ਮਿਸ਼ਰਾ ਟੇਨੀ। ਨਾਲੇ ਤਾਂ ਇਸ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ, ਨਾਲੇ ਹੀ ਲਖੀਮਪੁਰ ਖੀਰੀ ਦੇ ਪ੍ਰਸ਼ਾਸਨ ਨੂੰ ਇੱਕ ਪ੍ਰੋਗਰਾਮ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਸੀ। ਟਿਕੈਤ ਨੇ ਲਖੀਮਪੁਰ ਖੀਰੀ ਦੇ ਸੰਪੂਰਣਾ ਨਗਰ ਦੇ ਵਿੱਚ ਕਿਸਾਨ ਸਹਿਕਾਰੀ ਮਿੱਲ ਦੇ 37ਵੇਂ ਪੜਾਈ ਸੈਸ਼ਨ ਦੇ ਸ਼ੁਭ ਆਰੰਭ ਦੇ ਪ੍ਰੋਗਰਾਮ ਦੇ ਵਿੱਚ ਅਜੇ ਮਿਸ਼ਰਾ ਟੇਨੀ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਾਮਿਲ ਹੋਣਾ ਸੀਗਾ। ਪਰ ਹੁਣ ਇਹ ਅਫਵਾਹਾਂ ਫੈਲੀਆਂ ਹੋਈਆਂ ਨੇ ਕਿ ਰਾਕੇਸ਼ ਟਿਕੈਤ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਤੋਂ ਬਾਅਦ ਅਜੇ ਮਿਸ਼ਰਾ ਟੇਨੀ ਨੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਹਾਲਾਂਕਿ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਰਿਹਾ। ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਜਿਹੜਾ ਸੰਘਰਸ਼ ਵਿੱਢਿਆ ਉਸ ਦੀ ਚਰਚਾ ਸਿਰਫ ਪੰਜਾਬ ਜਾਂ ਹਰਿਆਣਾ ਜਾਂ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹੋਈ ਹੈ। ਤੇ ਹੁਣ ਜਦੋਂ ਮੋਦੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ, ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ, ਉਸ ਤੋਂ ਬਾਅਦ ਵਿਦੇਸ਼ੀ ਮੀਡੀਆ ਦੇ ਵਿੱਚ ਵੀ ਇਸ ਤੇ ਚਰਚਾ ਹੋਣ ਲੱਗੀ ਹੈ। ਚੀਨ ਦਾ ਮੀਡੀਆ ਕੀ ਕਹਿ ਰਿਹਾ ਹੈ? ਮੋٹے-ਮੋٹے ਤੌਰ ਤੇ ਇਹ ਕਿਹਾ ਹੈ ਕਿ ਭਾਰਤ ਨੂੰ ਆਪਣੀ ਫੌਜੀ ਤਾਕਤ ਵਧਾਉਣ ਤੋਂ ਪਹਿਲਾਂ ਕਿਸਾਨਾਂ ਦੇ ਲਈ ਸੋਚਣਾ ਚਾਹੀਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਵੇਂ ਹੀ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ, ਚੀਨੀ ਮੀਡੀਆ ਦੇ ਵਿੱਚ ਜ਼ਿਕਰ ਹੋਣ ਲੱਗਿਆ। ਚੀਨ ਦੇ ਮੀਡੀਆ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ ਹੈ ਕਿ ਆਖਿਰ ਕਿਵੇਂ ਭਾਰਤ ਵਿੱਚ ਬੀਜੇਪੀ ਦੇ ਸ਼ਾਸਨ ਵਾਲੀ ਕੇਂਦਰ ਸਰਕਾਰ ਕਿਸਾਨਾਂ ਨਾਲ ਸਮਝੌਤਾ ਕਰਨ ਦੇ ਲਈ ਮਜਬੂਰ ਹੋ ਗਈ। ਭਾਰਤ ਵਿੱਚ ਲੰਘੇ 1 ਸਾਲ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨ ਖਾਸ ਤੌਰ ਤੇ ਸ਼ਾਮਿਲ ਨੇ। ਇਸ ਦਾ ਖਾਸ ਤੌਰ ਤੇ ਚੀਨ ਦੇ ਮੀਡੀਆ ਨੇ ਜ਼ਿਕਰ ਕੀਤਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਨੇ ਪੀਐਮ ਮੋਦੀ ਦੇ ਇਸ ਐਲਾਨ ਨੂੰ, ਇਸ ਫੈਸਲੇ ਨੂੰ ਹੈਰਾਨੀਜਨਕ ਦੱਸਿਆ ਹੈ। ਗਲੋਬਲ ਟਾਈਮਸ ਨੇ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ਨੂੰ ਸਭ ਤੋਂ ਪਹਿਲਾਂ ਆਪਣੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਹਕੂਕ ਦੇਣੇ ਚਾਹੀਦੇ ਨੇ। ਭਾਰਤ ਨੂੰ ਆਪਣੀ ਫੌਜੀ ਸਮਰੱਥਾ ਵਧਾਉਣ ਤੋਂ ਪਹਿਲਾਂ ਆਪਣੇ ਕਿਸਾਨਾਂ ਲਈ ਸੋਚਣਾ ਚਾਹੀਦਾ ਹੈ। ਆਲ ਚਾਈਨਾ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ ਦੇ ਇੱਕ ਆਊਟਲੈਟ workercn.cn ਨੇ 22 ਨਵੰਬਰ ਨੂੰ ਛਾਪੇ ਇੱਕ ਲੇਖ ਦੇ ਵਿੱਚ ਟਿੱਪਣੀ ਕੀਤੀ ਹੈ ਕਿ 3 ਖੇਤੀ ਕਾਨੂੰਨ ਵਾਪਸ ਲੈਣ ਦਾ ਜਿਹੜਾ ਫੈਸਲਾ ਹੈ ਮੋਦੀ ਸਰਕਾਰ ਦਾ, ਉਹ ਇੱਕ ਸਮਝੌਤਾ ਹੈ। ਇਸੇ ਦਰਮਿਆਨ ਸ਼ੰਘਾਈ ਦੇ ਨਿਊਜ਼ ਤੇ ਟਿੱਪਣੀ ਵੈਬਸਾਈਟ ਗੁਆਂਚਾ ਨੇ ਲੇਖ ਛਾਪਿਆ ਹੈ, ਜਿਹਦੇ ਵਿੱਚ ਬ੍ਰਿਟਿਸ਼ ਅਖਬਾਰ ਦਾ ਗਾਰਡੀਅਨ ਦੀ 19 ਨਵੰਬਰ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਪੀਐਮ ਮੋਦੀ ਨੇ ਜਿਵੇਂ ਹੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ, ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ, ਇਨਕਲਾਬ ਅਮਰ ਰਹੇ, ਅਸੀਂ ਮੋਦੀ ਨੂੰ ਝੁਕਾ ਦਿੱਤਾ ਹੈ। ਅਜਿਹੇ ਨਾਅਰੇ ਨੇ ਜਿਹੜੇ ਉਹ ਲਾਏ ਗਏ। ਗਲੋਬਲ ਟਾਈਮਸ ਦੇ ਵਿੱਚ 22 ਨਵੰਬਰ ਨੂੰ ਜਿਹੜਾ ਲੇਖ ਛਪਿਆ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਭਾਰਤ ਇੱਕ ਮਹਾਨ ਤਾਕਤ ਬਣਨ ਦਾ ਸੁਪਨਾ ਦੇਖਦਾ ਹੈ, ਪਰ ਭਾਰਤ ਵਿੱਚ ਹਾਲੇ ਘਰੇਲੂ ਪੱਧਰ ਤੇ ਅਜਿਹਾ ਕਈ ਕੁਝ ਹੈ ਜਿਸ ਤੇ ਆਰਥਿਕ ਤੌਰ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸੇ ਲੇਖ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੂੰ ਆਪਣੀਆਂ ਸਰਹੱਦਾਂ ਦੇ ਉੱਤੇ ਹਥਿਆਰਬੰਦ ਫੌਜਾਂ ਇਕੱਠੀਆਂ ਕਰਨ ਦੀ ਬਜਾਏ ਆਪਣੀ ਆਰਥਿਕਤਾ ਨੂੰ ਸੁਧਾਰਨ ਤੇ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਜ਼ਰੂਰੀ ਤੇ ਪ੍ਰਭਾਵੀ ਯਤਨ ਕਰਨੇ ਚਾਹੀਦੇ ਨੇ ਤੇ ਇਹੀ ਠੀਕ ਵੀ ਹੋਵੇਗਾ। ਅਗਲੀ ਖਬਰ ਯਾਤਰਾ ਦੇ ਨਾਲ ਜੁੜੀ ਹੋਈ ਹੈ। ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਯਾਨੀ ਕਿ 2021 ਦਸੰਬਰ ਤੱਕ ਅੰਤਰਰਾਸ਼ਟਰੀ ਉਡਾਣਾਂ ਆਮ ਵਾਂਗ ਸ਼ੁਰੂ ਹੋਣ ਦੀ ਉਮੀਦ ਹੈ। ਜਦੋਂ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਆਈ, ਮਾਰਚ 2020 ਤੋਂ ਲੈ ਕੇ ਲਗਾਤਾਰ ਕੌਮਾਂਤਰੀ ਉਡਾਣਾਂ
ਦੁਕਾਨਾਂ ਨੇ ਬੰਦ ਹੈਗੀਆਂ ਨੇ। ਹਾਲਾਂਕਿ ਜਿਹੜੀਆਂ ਬੱਬਲ ਸਕੀਮ ਦੇ ਤਹਿਤ ਸ਼ੁਰੂ ਹੋਈਆਂ ਨੇ ਉਹ ਵੀ ਚੱਲ ਰਹੀਆਂ ਨੇ ਜਾਂ ਫਿਰ ਥੋੜੀਆਂ ਹੋਰ ਸਮਝੌਤੇ ਦੇ ਤਹਿਤ ਸ਼ੁਰੂ ਹੋਈਆਂ ਉਹ ਚੱਲ ਰਹੀਆਂ ਨੇ, ਪਰ ਆਮ ਵਾਂਗੂ ਫਲਾਈਟਾਂ ਹਾਲੇ ਤੱਕ ਨਹੀਂ ਸ਼ੁਰੂ ਹੋਈਆਂ ਤੇ ਭਾਰਤ ਇਸ ਸਾਲ ਦੇ ਅਖੀਰ ਤੱਕ ਕੌਮਾਂਤਰੀ ਫਲਾਈਟਾਂ ਆਮ ਵਾਂਗ ਸ਼ੁਰੂ ਕਰ ਦੇਵੇਗਾ। ਪ੍ਰਦੂਸ਼ਣ ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਫਿਰ ਟਿੱਪਣੀਆਂ ਹੋਈਆਂ ਨੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਇੰਨੇ ਸਾਲ ਨੌਕਰਸ਼ਾਹੀ ਨੇ ਕੀ ਕੀਤਾ। ਹੁਣ ਏਸੀ ਕਮਰਿਆਂ ਚੋਂ ਨਿਕਲ ਕੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲ ਕਰੇ। ਉਹਨਾਂ ਨੇ ਨੌਕਰਸ਼ਾਹਾਂ ਦੇ ਰਵੱਈਏ ਤੇ ਹੈਰਾਨੀ ਪ੍ਰਗਟ ਕੀਤੀ ਹੈ। ਸੁਪਰੀਮ ਕੋਰਟ ਦੇ ਜੱਜਾਂ ਨੇ ਚੀਫ ਜਸਟਿਸ ਐਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਮੁੱਖ ਸਕੱਤਰਾਂ ਤੇ ਹੋਰਨਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਜਾ ਕੇ ਉਹਨਾਂ ਨੂੰ ਕਿਸਾਨਾਂ, ਮਾਹਿਰਾਂ ਤੇ ਵਿਗਿਆਨੀਆਂ ਨੂੰ ਮਿਲਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਹੈ ਕਿ ਨੌਕਰਸ਼ਾਹੀ ਇਸ ਨੂੰ ਰੋਕਣ ਲਈ ਕੀ ਕਰ ਰਹੀ ਹੈ। ਸਰਕਾਰੀ ਵਕੀਲ ਤੇ ਅਸੀਂ ਜੱਜ ਇਸ ਬਾਰੇ ਚਰਚਾ ਕਰ ਰਹੇ ਹਾਂ। ਨੌਕਰਸ਼ਾਹੀ ਚੁੱਪਚਾਪ ਬੈਠੀ ਹੈ। ਅਫਸਰਸ਼ਾਹੀ ਇੰਨੇ ਸਾਲਾਂ ਤੋਂ ਕੀ ਕਰਦੀ ਰਹੀ ਹੈ। ਉਹਨਾਂ ਨੂੰ ਪਿੰਡਾਂ ਵਿੱਚ ਜਾਣ ਦਿਓ, ਉਹ ਵੀ ਖੇਤਾਂ ਵਿੱਚ ਜਾ ਸਕਦੇ ਨੇ, ਕਿਸਾਨਾਂ ਨਾਲ ਗੱਲ ਕਰ ਸਕਦੇ ਨੇ, ਫੈਸਲਾ ਲੈ ਸਕਦੇ ਨੇ, ਕਿਉਂਕਿ ਪ੍ਰਸ਼ਾਸਕੀ ਅਹੁਦਿਆਂ ਦੇ ਉੱਤੇ ਉਹੀ ਤੈਨਾਤ ਨੇ। ਸੁਪਰੀਮ ਕੋਰਟ ਨੇ ਕੇਂਦਰ ਤੇ ਐਨਸੀਆਰ ਸੂਬਿਆਂ ਨੂੰ ਹਵਾ ਦੇ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ ਲਈ ਚੁੱਕੇ ਕਦਮ ਕੁਝ ਦਿਨ ਹੋਰ ਜਾਰੀ ਰੱਖਣ ਲਈ ਕਿਹਾ ਹੈ। ਅਦਾਲਤ ਨੇ ਸਖਤ ਲਹਿਜ਼ੇ ਦੇ ਵਿੱਚ ਕਿਹਾ ਹੈ ਕਿ ਜਦੋਂ ਹਾਲਾਤ ਗੰਭੀਰ ਹੋ ਜਾਂਦੇ ਨੇ ਉਦੋਂ ਹੀ ਅਸੀਂ ਕਦਮ ਚੁੱਕਦੇ ਹਾਂ। ਇਹਦੇ ਨਾਲ ਦੇਸ਼ ਕੌਮਾਂਤਰੀ ਪੱਧਰ ਤੇ ਕੀ ਸੁਨੇਹਾ ਦੇ ਰਿਹਾ ਹੈ। ਚੀਫ ਜਸਟਿਸ ਐਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਅਗਲੇ 2-3 ਦਿਨਾਂ ਤੱਕ ਲਈ ਪ੍ਰਦੂਸ਼ਣ ਰੋਕਣ ਲਈ ਚੁੱਕੇ ਕਦਮ ਲਗਾਤਾਰ ਇਸੇ ਤਰ੍ਹਾਂ ਜਾਰੀ ਰੱਖੋ। ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸੋਮਵਾਰ ਯਾਨੀ ਕਿ 29 ਨਵੰਬਰ ਨੂੰ ਹੋਵੇਗੀ। ਇਸ ਦੌਰਾਨ ਜੇਕਰ ਪ੍ਰਦੂਸ਼ਣ 100 AQI ਹੋ ਜਾਂਦਾ ਤਾਂ ਕੁਝ ਪਾਬੰਦੀਆਂ ਤੁਸੀਂ ਹਟਾ ਸਕਦੇ ਹੋ। ਤੁਹਾਨੂੰ ਪਤਾ ਹੀ ਹੋਣਾ ਕਿ ਦਿੱਲੀ NCR ਦੇ ਵਿੱਚ ਸਕੂਲ ਬੰਦ ਕੀਤੇ ਹੋਏ ਨੇ ਤੇ ਜਿਹੜੇ ਮੁਲਾਜ਼ਮ ਨੇ ਸਰਕਾਰੀ ਉਹ 50% ਦੇ ਨਾਲ ਕੰਮ ਕਰ ਰਹੇ ਨੇ। ਜ਼ਿਆਦਾਤਰ ਮੁਲਾਜ਼ਮਾਂ ਨੂੰ ਵਰਕ ਫਰੋਮ ਹੋਮ ਕਰਨ ਦੇ ਲਈ ਕਿਹਾ ਗਿਆ। ਪੰਜਾਬ ਦੀ ਸਸਤੀ ਬਿਜਲੀ ਦਾ ਖੇਡ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ 1 ਨਵੰਬਰ ਤੋਂ 3 ਰੁਪਏ ਪ੍ਰਤੀ ਯੂਨਿਟ ਸਸਤੀ ਕਰਨ ਦਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ, ਪਰ ਮੰਤਰੀ ਮੰਡਲ ਦੇ ਕਾਗਜ਼ ਕੁਝ ਹੋਰ ਹੀ ਬੋਲਦੇ ਦਿਸੇ। ਮੰਤਰੀ ਮੰਡਲ ਦੇ ਫੈਸਲੇ ਦੇ ਮੁਤਾਬਿਕ ਘਟੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣੀਆਂ ਸੀ। ਦਾ ਖਾਲਸ ਟੀਵੀ ਨੇ ਆਪਣੇ ਬਹੁਤ ਚਰਚਿਤ ਸ਼ੋਅ ਖਾਲਸ ਚਰਚਾ ਦੇ ਵਿੱਚ ਲੁਕਿਆ ਸੱਚ ਸਾਹਮਣੇ ਲਿਆਂਦਾ ਸੀ ਕਿ ਬਿਜਲੀ ਦੀਆਂ ਦਰਾਂ ਮੁੱਖ ਮੰਤਰੀ ਦੇ ਐਲਾਨ ਦੇ ਮੁਤਾਬਿਕ 1 ਨਵੰਬਰ ਤੋਂ ਨਹੀਂ ਬਲਕਿ 1 ਦਸੰਬਰ ਤੋਂ ਲਾਗੂ ਹੋਣਗੀਆਂ। ਪੰਜਾਬ ਸਰਕਾਰ ਨੇ ਇੱਕ ਖਾਸ ਚਿੱਠੀ ਜਾਰੀ ਕਰਕੇ ਹੁਣ 1 ਨਵੰਬਰ ਤੋਂ ਘਟੀਆਂ ਦਰਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦੇ ਦਿੱਤਾ ਹੈ, ਜਾਂ ਕਹਿ ਸਕਦੇ ਹਾਂ ਕਿ ਰੌਲੇ ਰੱਪੇ ਤੋਂ ਬਾਅਦ ਮਜਬੂਰੀ ਦੇ ਵਿੱਚ ਸਰਕਾਰ ਨੂੰ ਇਹ ਕਰਨਾ ਪਿਆ, ਨਹੀਂ ਤਾਂ ਚਲਾਕੀ ਭਰਿਆ ਫੈਸਲਾ ਹੋ ਜਾਣਾ ਸੀ। ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਸਾਨੂੰ ਕਿ ਲੁਕਿਆ ਸੱਚ ਸਾਹਮਣੇ ਆਉਣ ਦੀ ਭਿਣਕ ਪੈਂਦਿਆਂ ਹੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਦਫ਼ਤਰ ਨੇ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਐਲਾਨ ਕੀਤਾ ਸੀ। ਜੇ ਤੁਹਾਨੂੰ ਯਾਦ ਹੋਵੇ ਉਹ ਐਲਾਨ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਕਿ 1 ਨਵੰਬਰ ਨੂੰ ਐਲਾਨ ਕੀਤਾ ਸੀ ਦੀਵਾਲੀ ਤੋਂ ਪਹਿਲਾਂ ਕਿ ਅੱਜ ਤੋਂ ਪੰਜਾਬ ਦੇ ਵਿੱਚ ਬਿਜਲੀ ਸਸਤੀ ਹੋ ਜਾਏਗੀ, 3 ਰੁਪਏ ਸਸਤੀ, ਪਰ ਕੈਬਨਿਟ ਦੇ ਫੈਸਲੇ ਦੇ ਵਿੱਚ 1 ਨਵੰਬਰ ਦੀ ਜਗ੍ਹਾ 1 ਦਸੰਬਰ ਲਿਖਿਆ ਹੋਇਆ ਸੀ। ਸਭ ਤੋਂ ਬੜੀ ਖੁਸ਼ਖਬਰੀ ਕਿ ਇਹ ਪੰਜਾਬ ਦੇ ਅੱਜ ਜਿਹੜੇ ਮੈਂ ਰੇਟ ਤੈਅ ਕਰਤੇ ਹੈ ਪੂਰੇ ਦੇਸ਼ ਵਿੱਚ ਸਭ ਤੋਂ ਸਸਤੇ। ਐਵੇਂ ਨਹੀਂ ਹੈ ਕਿ ਕਈਆਂ ਨੂੰ ਇਹ ਵੀ ਗੱਲ ਹੋ ਜਾਂਦੀ ਕਿ ਜੇ ਵੋਟਾਂ ਆ ਗਈਆਂ ਤਾਂ ਸ਼ਾਇਦ ਤਾਂ ਇਹ ਕੋਈ ਫਾਇਦਾ ਦੇ ਰਹੇ, ਨਹੀਂ, ਇਸ ਤਰ੍ਹਾਂ ਨਹੀਂ। 100 ਯੂਨਿਟ ਤੱਕ ਸਾਡਾ ਜਿਹੜਾ ਰੇਟ ਹੈ 4 ਰੁਪਏ 19 ਪੈਸੇ ਹੈ, ਇਹ ਸਿਰਫ 1 ਰੁਪਏ 19 ਪੈਸੇ ਰਹਿ ਜਾਏਗਾ। ਤੇ 300 ਯੂਨਿਟ ਤੱਕ ਸਾਡਾ ਰੇਟ 7 ਰੁਪਏ ਤੋਂ ਘਟ ਕੇ 100 ਤੋਂ 300 ਤੱਕ 4 ਰੁਪਏ ਰਹਿ ਗਿਆ, 4 ਰੁਪਏ 1 ਪੈਸੇ। ਤੇ ਉਸ ਤੋਂ ਬਾਅਦ 5 ਰੁਪਏ 76 ਪੈਸੇ ਰੇਟ ਰਹਿ ਗਿਆ ਹੈ ਤੇ ਬਹੁਤ ਹੀ ਸਸਤੀ। ਲਗਭਗ ਇਹ ਹੈ ਕਿ ਜਿਹੜੇ ਥੋੜੇ ਛੋਟੇ ਕੰਜ਼ਿਊਮਰ ਹੈ ਉਹਨਾਂ ਦਾ ਬਿੱਲ ਨਾ ਦੇ ਬਰਾਬਰ ਆਣਾ ਹੈ, ਜਿਹੜੇ ਵੱਡੇ ਹੈ ਉਹਨਾਂ ਦੇ ਵੀ ਬਿੱਲ ਕਿਸੇ ਦਾ ਵੀ ਅੱਧ ਤੋਂ ਜ਼ਿਆਦਾ ਨਹੀਂ ਆਣਾ। ਇਹ ਸਥਿਤੀ ਬਣ ਗਈ ਹੈ। ਸੋ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕ ਹੈ। ਅੱਜ ਤੋਂ ਹੀ ਲਾਗੂ ਕਰ ਰਹੇ। ਜੇ ਅੱਜ ਤੋਂ ਲਾਗੂ ਨਾ ਕਰੇ ਤਾਂ ਪਹਿਲਾ ਬਿੱਲ ਤਾਂ ਸਾਡੇ ਟਾਈਮ 'ਚ ਆਉਣਾ ਹੀ ਨਹੀਂ ਕਿਸੇ ਨੂੰ। 2 ਮਹੀਨੇ ਬਾਅਦ ਪਤਾ ਲੱਗੇਗਾ ਵੀ ਇਹ ਤਾਂ ਬਹੁਤ ਫਾਇਦਾ ਹੋ ਗਿਆ। ਅੱਜ ਤੋਂ ਸ਼ੁਰੂ ਹੋ ਗਿਆ ਹੈ ਘੱਟ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਖਾਸ ਸਮਾਗਮ ਦੇ ਵਿੱਚ ਪਹੁੰਚੇ। ਉਹਨਾਂ ਦੇ ਨਾਲ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਸ਼ਾਮਲ ਸਨ। ਕਰਜ਼ੇ ਦੇ ਭਾਰ ਹੇਠਾਂ ਦੱਬੀ ਪੰਜਾਬੀ ਯੂਨੀਵਰਸਿਟੀ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਭਰੇਗੀ।
ਮੁੱਖ ਮੰਤਰੀ ਚੰਨੀ ਨੇ ਯੂਨੀਵਰਸਿਟੀ ਨੂੰ ਹਰ ਸਾਲ 20 ਕਰੋੜ ਦੀ ਗ੍ਰਾਂਟ ਦੇਣ ਦਾ ਵੀ ਭਰੋਸਾ ਦਿੱਤਾ ਹੈ। ਪਹਿਲਾਂ ਇਹ ਜਿਹੜੀ ਗ੍ਰਾਂਟ ਹੈ ਉਹ 9.5 ਕਰੋੜ ਹੁੰਦੀ ਸੀ ਤੇ ਇਸ ਨੂੰ ਵਧਾ ਕੇ 20 ਕਰੋੜ ਕਰ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵਾਂ ਮਾਡਲ ਪੇਸ਼ ਕਰਨ ਦੀ ਤਿਆਰੀ ਦੇ ਵਿੱਚ ਹੈ। ਯੂਨੀਵਰਸਿਟੀ ਦੇ ਵੱਲੋਂ ਆਯੋਜਿਤ ਇਸ ਵਿਦਿਅਕ ਸਮਾਗਮ ਦੇ ਵਿੱਚ ਵੀ ਸਿਆਸੀ ਗੱਲਾਂ ਕਰਨ ਤੋਂ ਮੁੱਖ ਮੰਤਰੀ ਨਹੀਂ ਟਲੇ। ਕੇਜਰੀਵਾਲ ਦੇ ਵੱਲੋਂ ਚੰਨੀ ਉੱਤੇ ਨਕਲੀ ਹੋਣ ਦਾ ਜਿਹੜਾ ਤੰਜ ਕੱਸਿਆ ਉਹਦਾ ਜਵਾਬ ਦਿੰਦਿਆਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਕਿਸੇ ਦੀ ਨਕਲ ਨਹੀਂ ਕਰ ਰਹੇ ਬਲਕਿ ਆਪਣੇ ਕੰਮ ਵੱਲ ਕੇਂਦਰਿਤ ਨੇ। ਮੁੱਖ ਮੰਤਰੀ ਦੀ ਪਟਿਆਲਾ ਆਮਦ ਤੇ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ। ਪੁਲਿਸ ਨੇ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਡਾਂਗਾਂ ਚਲਾਈਆਂ ਤੇ ਘੜੀਸ ਕੇ ਗੱਡੀਆਂ ਵਿੱਚ ਸੁੱਟਿਆ। ਇਸ ਖਿੱਚ-ਧੂ ਦੇ ਵਿੱਚ ਕਈਆਂ ਦੀਆਂ ਦਸਤਾਰਾਂ ਉੱਤਰ ਗਈਆਂ। ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਹੋਈ ਪਰ ਪੁਲਿਸ ਨੇ ਜਲਦੀ ਹੀ ਹਾਲਾਤਾਂ ਤੇ ਕਾਬੂ ਪਾ ਲਿਆ ਸੀ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਦੇ ਅੰਦਰ, ਉੱਥੇ ਲੱਖਾ ਸਿਧਾਣਾ ਵੀ ਪਹੁੰਚ ਗਏ ਸੀ ਪਰ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਨੂੰ ਪੁਲਿਸ ਨੇ ਬਾਹਰ ਕੱਢ ਦਿੱਤਾ ਸੀ। ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਇਹ ਸਾਰੇ ਹਾਲ ਦੇ ਵਿੱਚ ਦਾਖਲ ਹੋ ਗਏ ਸੀ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲੱਖਾ ਤੇ ਉਸਦੇ ਸਾਥੀਆਂ ਨੂੰ ਘੇਰੇ ਵਿੱਚ ਲੈ ਲਿਆ। ਪੁਲਿਸ ਦੀ ਅਗਵਾਈ ਐਸਪੀ ਸਿਟੀ ਹਰਪਾਲ ਸਿੰਘ ਤੇ ਡੀਐਸਪੀ ਤੇ ਹੋਰ ਅਧਿਕਾਰੀ ਕਰ ਰਹੇ ਸੀ ਤੇ ਥਾਣਾ ਅਰਬਨ ਸਟੇਟ ਦੇ ਐਸਐਚਓ ਰੌਣੀ ਸਿੰਘ ਦੀ ਅਗਵਾਈ ਵਿੱਚ ਪੁਲਿਸ ਹੈ ਜਿਹੜੀ ਉਹ ਲੱਖੇ ਦੀ ਟੀਮ ਨੂੰ ਹਾਲ ਤੋਂ ਬਾਹਰ ਲੈ ਗਈ ਤੇ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਛੱਡ ਦਿੱਤਾ ਸੀ। ਬਾਅਦ ਵਿੱਚ ਲੱਖਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੋਇਆ ਤੇ ਉਹਨੇ ਆਖਿਆ ਕਿ ਅਸੀਂ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਦਾ ਘਿਰਾਓ ਕਰਨ ਦੇ ਲਈ ਆਏ ਸੀ, ਉਹਨਾਂ ਨੂੰ ਸਵਾਲ ਪੁੱਛਣ ਆਏ ਸੀ ਪਰ ਪੁਲਿਸ ਨੇ ਸਾਨੂੰ ਯੂਨੀਵਰਸਿਟੀ ਚੋਂ ਬਾਹਰ ਕੱਢ ਕੇ ਲੋਕਤੰਤਰ ਦਾ ਘਾਣ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਇੱਥੇ ਸੁਰੱਖਿਆ ਪਹਿਰਾ ਹੋਰ ਵੀ ਮਜ਼ਬੂਤ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਦਿਨ ਪਹਿਲਾਂ ਕੇਬਲ ਟੀਵੀ ਕਨੈਕਸ਼ਨ ਦੀ ਦਰ 100 ਰੁਪਏ ਪ੍ਰਤੀ ਮਹੀਨਾ ਤੈਅ ਕਰਨ ਦਾ ਐਲਾਨ ਕੀਤਾ ਹੈ। ਚੰਨੀ ਨੇ ਕਿਹਾ ਕਿ ਇਹਦੇ ਨਾਲ ਸੂਬੇ ਭਰ ਦੇ ਵਿੱਚ ਕੇਬਲ ਦੀ ਇਜਾਰੇਦਾਰੀ ਨੂੰ ਮੁਕੰਮਲ ਤੌਰ ਤੇ ਅਸੀਂ ਖਤਮ ਕਰ ਦਿਆਂਗੇ। ਚੰਨੀ ਨੇ ਇਹ ਵੀ ਕਿਹਾ ਕਿ ਕੇਬਲ ਮਾਲਕਾਂ ਦੇ ਵੱਲੋਂ ਵਾਧੂ ਦਰਾਂ ਦੀ ਵਸੂਲੀ ਰਾਹੀਂ ਲੋਕਾਂ ਦਾ ਬੇਲੋੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ। ਇਸੇ ਮਸਲੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤੇ ਨੇ। ਉਹਨਾਂ ਕਿਹਾ ਕਿ ਪੰਜਾਬ ਮਾਡਲ ਦੇ ਵਿੱਚ ਕੇਬਲ ਮਾਫੀਆ ਨੂੰ ਖਤਮ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬ ਮਾਡਲ ਦੇ ਵਿੱਚ ਅਸੀਂ ਕੇਬਲ ਮਾਫੀਆ ਨੂੰ ਖਤਮ ਕਰਾਂਗੇ ਤਾਂ ਕਿ ਲੋਕਲ ਆਪਰੇਟਰ ਨੂੰ ਮਜ਼ਬੂਤੀ ਮਿਲੇ, ਫਾਸਟਵੇ ਦੀ ਮੋਨੋਪੋਲੀ ਖਤਮ ਹੋ ਸਕੇ। ਅਸੀਂ ਯਕੀਨੀ ਬਣਾਵਾਂਗੇ ਕਿ ਸਰਕਾਰ ਨੂੰ ਟੈਕਸ ਭਰੇ ਜਾਣ, ਉਸ ਤੋਂ ਬਾਅਦ ਹੀ ਲੋਕਾਂ ਨੂੰ ਸਸਤੇ ਕਨੈਕਸ਼ਨ ਦਿੱਤੇ ਜਾ ਸਕਦੇ ਨੇ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਸਰਕਾਰ ਇਸ ਤਰੀਕੇ ਦੇ ਨਾਲ ਕੇਬਲ ਦੇ ਰੇਟ ਤੈਅ ਕਰ ਸਕਦੀ ਹੈ ਤੇ ਮੁੱਖ ਮੰਤਰੀ ਚੰਨੀ ਦੇ ਇਸ ਫੈਸਲੇ ਤੋਂ ਬਾਅਦ ਕੇਬਲ ਆਪਰੇਟਰ ਵੀ ਅਦਾਲਤ ਜਾਣ ਦੀ ਤਿਆਰੀ ਕਰ ਰਹੇ ਨੇ। ਇਸ ਐਲਾਨ ਤੋਂ ਬਾਅਦ ਪੰਜਾਬ ਦੇ ਕੁਝ ਕੇਬਲ ਆਪਰੇਟਰਾਂ ਨੇ ਅਗਲੀ ਰਣਨੀਤੀ ਲਈ ਬੈਠਕਾਂ ਬੁਲਾਈਆਂ। ਕਈ ਤਾਂ ਵਕੀਲਾਂ ਦੀ ਰਾਏ ਲੈਣ ਲੱਗੇ। ਕੁਝ ਆਪਰੇਟਰਾਂ ਦਾ ਦਾਅਵਾ ਹੈ ਕਿ ਕੇਬਲ ਦੇ ਰੇਟ ਟਰਾਈ ਯਾਨੀ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਵੱਲੋਂ ਤੈਅ ਕੀਤੇ ਜਾਂਦੇ ਨੇ। ਹਰ ਚੈਨਲ ਦਾ ਰੇਟ ਫਿਕਸ ਹੈ। ਕੋਈ ਵੀ ਵਿਅਕਤੀ ਜੋ ਚੈਨਲ ਵੇਖਣਾ ਚਾਹੁੰਦਾ ਹੈ ਉਸਨੂੰ ਉਸਦੇ ਪੈਸੇ ਦੇਣੇ ਪੈਂਦੇ ਨੇ। ਪੰਜਾਬ ਦੇ ਇੱਕ ਕੇਬਲ ਆਪਰੇਟਰ ਦੇ ਮੁਤਾਬਿਕ 100 ਰੁਪਏ ਮਹੀਨਾ ਤਾਂ ਸੰਭਵ ਹੀ ਨਹੀਂ ਹੈਗਾ। ਇਹ ਤਾਂ ਲੋਕਾਂ ਨੂੰ ਕੇਬਲ ਆਪਰੇਟਰਾਂ ਨੂੰ ਆਪਸ ਦੇ ਵਿੱਚ ਲੜਾਉਣ ਵਾਲੀ ਗੱਲ ਹੈ, ਲੋਕਾਂ ਤੇ ਕੇਬਲ ਆਪਰੇਟਰਾਂ ਨੂੰ। ਬਾਕੀ ਚੈਨਲਾਂ ਨੇ ਕਹਿੰਦੇ ਆਪਣੇ ਰੇਟ ਤੈਅ ਕੀਤੇ ਹੋਏ ਨੇ। ਕੇਬਲ ਆਪਰੇਟਰ ਤਾਂ ਬਸ ਸਿਗਨਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ। ਆਪਰੇਟਰਾਂ ਦੇ ਵਕੀਲ ਜੀਐਸ ਓਬਰਾਏ ਨੇ ਦੱਸਿਆ ਕਿ ਆਪਰੇਟਰ ਇਸ ਫੈਸਲੇ ਦੇ ਖਿਲਾਫ ਅਦਾਲਤ ਵਿੱਚ ਜਾਣ ਵਾਸਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਐਲਾਨ ਕਰਨ ਤੋਂ ਪਹਿਲਾਂ ਚੰਨੀ ਸਰਕਾਰ ਨੂੰ ਇਸ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਸੀ, ਗੌਰ ਕਰਕੇ ਬਿਆਨ ਦੇਣਾ ਚਾਹੀਦਾ ਸੀ। ਕੇਬਲ ਆਪਰੇਟਰਾਂ ਨੇ ਇਹ ਵੀ ਦੱਸਿਆ ਕਿ ਟਰਾਈ ਦੇ ਹੁਕਮਾਂ ਦੇ ਮੁਤਾਬਿਕ ਫਾਸਟਵੇ ਦਾ ਸਭ ਤੋਂ ਸਸਤਾ ਪੈਕੇਜ 130 ਰੁਪਏ ਮਹੀਨਾ ਹੈ, ਜਿਹਦੇ ਵਿੱਚ ਕੁਝ ਚੈਨਲ ਹੁੰਦੇ ਨੇ ਤੇ ਬਾਕੀ ਚੈਨਲ ਵੇਖਣ ਲਈ ਉਹਨਾਂ ਵੱਲੋਂ ਤੈਅ ਕੀਤੇ ਗਏ ਰੇਟ ਨੇ ਜਿਹੜੇ ਉਹ ਦੇਣੇ ਹੀ ਪੈਂਦੇ ਨੇ। ਇਸ ਤਰ੍ਹਾਂ ਮਹੀਨੇ ਦੀ ਕੁੱਲ ਦਰ ਇਸ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਹੜੇ ਤੇ ਕਿੰਨੇ ਚੈਨਲ ਸਬਸਕ੍ਰਾਈਬ ਕੀਤੇ ਨੇ। ਹੁਣ ਗੱਲ ਆ ਜਾਂਦੀ ਹੈ ਟਰਾਈ ਦੀ। ਟਰਾਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਟਰਾਈ ਤਾਂ ਮੈਕਸਿਮਮ ਰੇਟ ਯਾਨੀ ਕਿ ਵੱਧ ਤੋਂ ਵੱਧ ਰੇਟ ਫਿਕਸ ਕਰਦੀ ਹੈ। ਜੇ ਕੋਈ ਘੱਟ ਰੇਟ ਲੈਣਾ ਚਾਹੇ ਤਾਂ ਲੈ ਸਕਦਾ ਹੈ। ਟਰਾਈ ਨੇ ਇਹ ਵੀ ਦੱਸਿਆ, ਟਰਾਈ ਦੇ ਅਧਿਕਾਰੀਆਂ ਨੇ, ਕਿ ਸਰਕਾਰ ਨੂੰ ਇਸ ਦੇ ਲਈ ਇੱਕ ਨੀਤੀ ਬਣਾਉਣੀ ਪਏਗੀ ਜਿਹਨੂੰ ਸਮਾਂ ਲੱਗ ਸਕਦਾ ਹੈ, ਇੰਨੀ ਛੇਤੀ ਹੋਣ ਵਾਲੀ ਗੱਲ ਨਹੀਂ ਹੈ। ਯਾਨੀ ਕਿ ਇਹਨਾਂ ਦੇ ਟਰਾਈ ਦੇ ਐਲਾਨ ਤੋਂ ਤਾਂ ਇਹ ਲੱਗਦਾ ਹੈ, ਟਰਾਈ ਦੀ ਜਾਣਕਾਰੀ ਤੋਂ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਇਹ ਜਿਹੜਾ ਐਲਾਨ ਹੈ ਉਹ ਵੀ ਹਵਾ ਦੇ ਵਿੱਚ ਦਿੱਤਾ ਹੈ। ਟਰਾਈ ਦੇ ਮੁਤਾਬਿਕ ਪੰਜਾਬ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਿਲ ਹੈ ਜਿੱਥੇ ਇੱਕ ਜਾਂ ਦੋ ਮਲਟੀ ਸਿਸਟਮ ਆਪਰੇਟਰ ਯਾਨੀ ਕਿ ਐਮਐਸਓ ਦੀ ਮੋਨੋਪੋਲੀ ਯਾਨੀ ਕਿ ਇਜਾਰੇਦਾਰੀ ਹੈ।
ਜਦੋਂ ਕਿ ਕਈ ਸੂਬਿਆਂ ਦੇ ਵਿੱਚ ਕਈ ਆਪਰੇਟਰ ਨੇ। ਪੰਜਾਬ ਤੇ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਫਾਸਟਵੇ ਸਭ ਤੋਂ ਵੱਡਾ MSO ਹੈ, ਜਿਸ ਦੇ 21 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ। ਇੰਜ ਹੀ ਬਹੁਤ ਸਾਰੇ ਲੋਕ ਆਪਣੇ ਪਸੰਦੀਦਾ ਚੈਨਲ DTH ਜਿਵੇਂ ਟਾਟਾ ਸਕਾਈ, ਏਅਰਟੈਲ, ਰਿਲਾਇੰਸ ਵਗੈਰਾ ਰਾਹੀਂ ਵੀ ਟੀਵੀ ਦੇਖਦੇ ਨੇ। ਸੋ ਇੱਕ ਨਵਾਂ ਮੁੱਦਾ ਜਿਹੜਾ ਉਹ ਕੇਬਲ ਆਪਰੇਟਰ ਦਾ ਛਿੜ ਪਿਆ, ਕਿਉਂਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਹਰ ਤਰ੍ਹਾਂ ਦਾ ਮਾਫੀਆ ਖਤਮ ਕਰਾਂਗੇ, ਜਿਹਦੇ ਵਿੱਚ ਕੇਬਲ ਮਾਫੀਆ ਵੀ ਆਉਂਦਾ ਹੈ। ਪਰ ਕੇਬਲ ਵਾਲੇ ਨੇ ਜਿਹੜੇ ਉਹ ਹੁਣ ਅਦਾਲਤ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ। ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਿੰਦਰ ਸਿੰਘ ਪਟਵਾਲੀਆ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਕਿਉਂਕਿ ਟਰਾਂਸਪੋਰਟ ਵਿਭਾਗ ਨੂੰ ਲੱਗਿਆ ਝਟਕਾ ਨਵੇਂ AG ਦੀ ਅਗਵਾਈ ਦੇ ਵਿੱਚ ਹੀ ਲੱਗਿਆ। ਹਾਈ ਕੋਰਟ ਨੇ ਆਰਬਿਟ ਬੱਸਾਂ ਦੇ ਪਰਮਿਟ ਨੇ ਜਿਹੜੇ ਉਹ ਵਾਪਸ ਕਰਨ ਦੇ ਹੁਕਮ ਦੇ ਦਿੱਤੇ ਨੇ। ਨਿਊ ਦੀਪ ਬੱਸ ਸਰਵਿਸ ਨੂੰ ਲੈ ਕੇ ਵੀ ਨੋਟਿਸ ਜਾਰੀ ਹੋਇਆ ਹੈ ਤੇ ਪਟਵਾਲੀਆ ਨੇ ਹੀ ਹਾਈ ਕੋਰਟ ਦੇ ਵਿੱਚ ਇਹਨਾਂ ਕੇਸਾਂ ਦੀ ਪੈਰਵਾਈ ਕੀਤੀ ਸੀ। ਵਕੀਲ ਮਨਦੀਪ ਸਿੰਘ ਗਿੱਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਰਾਜਾ ਵੜਿੰਗ ਜੀ, ਤੁਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਚੈਲੰਜ ਕਿਵੇਂ ਕਰ ਸਕਦੇ ਹੋ, ਜਿੱਥੇ ਤੁਹਾਡੇ ਨਵੇਂ AG ਦਾ ਭਰਾ ਬਤੌਰ ਐਡੀਸ਼ਨਲ ਸੋਲਿਸਿਟਰ ਜਨਰਲ ਤੈਨਾਤ ਹੈ। ਕਿ ਤੁਸੀਂ ਮਾਮਲੇ ਦੇ ਵਿੱਚ ਪਾਰਦਰਸ਼ਤਾ ਦੀ ਉਮੀਦ ਕਰ ਸਕਦੇ ਹੋ? ਚੀਜ਼ਾਂ ਦਾ ਮਜ਼ਾਕ ਨਾ ਬਣਾਓ। ਮਨਦੀਪ ਗਿੱਲ ਨੇ ਇੱਕ ਹੋਰ ਟਵੀਟ ਕੀਤਾ ਹੈ, ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਸੀਨੀਅਰ ਐਡਵੋਕੇਟ PS ਪਟਵਾਲੀਆ ਕਈ ਕੇਸਾਂ ਦੇ ਵਿੱਚ ਬਾਦਲਾਂ ਦੇ ਵੱਲੋਂ ਪੈਰਵਾਈ ਕਰ ਚੁੱਕੇ ਨੇ। ਸੁਪਰੀਮ ਕੋਰਟ ਵਿੱਚ ਪੰਜਾਬ ਦੇ AG ਦਫ਼ਤਰ ਵਿੱਚ ਕਈ ਸਾਲਾਂ ਤੱਕ ਤੈਨਾਤ ਰਹਿ ਚੁੱਕੇ ਨੇ। ਇਸ ਤੋਂ ਬਾਅਦ BJP ਦੇ ਵੱਲੋਂ ਉਹਨਾਂ ਨੂੰ ਐਡੀਸ਼ਨਲ ਸੋਲਿਸਿਟਰ ਜਨਰਲ ਬਣਾਇਆ ਗਿਆ ਸੀ ਤੇ ਹੁਣ ਉਹਨਾਂ ਦਾ ਛੋਟਾ ਭਰਾ DS ਪਟਵਾਲੀਆ ਪੰਜਾਬ ਦਾ ਨਵਾਂ AG। ਪੂਰੇ ਪੰਜਾਬ ਦੇ ਵਿੱਚ ਮਾਲ ਅਧਿਕਾਰੀਆਂ ਤੇ ਦਫ਼ਤਰੀ ਕਾਮਿਆਂ ਦੇ ਵੱਲੋਂ ਹੁਸ਼ਿਆਰਪੁਰ ਵਿਜੀਲੈਂਸ ਵੱਲੋਂ ਮਾਹਿਲਪੁਰ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਤੇ ਕਲਰਕ ਦੀ ਗ੍ਰਿਫਤਾਰੀ ਦੇ ਰੋਸ ਵਿੱਚ ਦੂਸਰੇ ਦਿਨ ਹੜਤਾਲ ਕੀਤੀ, ਜਿਸ ਕਾਰਨ ਲੋਕ ਖੱਜਲ ਖੁਆਰ ਹੋਏ। ਮਾਲ ਵਿਭਾਗ ਦਫ਼ਤਰੀ ਕਾਮਿਆਂ ਨੇ ਵਿਜੀਲੈਂਸ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਵਿਜੀਲੈਂਸ ਦੇ ਵੱਲੋਂ ਮਾਹਿਲਪੁਰ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਤੇ ਕਲਰਕ ਦੇ ਖਿਲਾਫ ਅਮਲ ਵਿੱਚ ਲਿਆਂਦੀ ਜਿਹੜੀ ਕਾਰਵਾਈ ਹੈ ਉਹ ਬਿਲਕੁਲ ਗਲਤ ਹੈ, ਪੂਰੀ ਤਰ੍ਹਾਂ ਨਾਜਾਇਜ਼ ਹੈ। ਜਦੋਂ ਤੱਕ ਇਸ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਸਾਡੀ ਹੜਤਾਲ ਜਾਰੀ ਰਹੇਗੀ। ਸੋ ਮਾਲ ਵਿਭਾਗ ਦੇ ਮੁਲਾਜ਼ਮ ਜਦੋਂ ਹੜਤਾਲ ਕਰਦੇ ਨੇ ਤਾਂ ਪੰਜਾਬ ਦੇ ਲੋਕਾਂ ਦੇ ਕਈ ਕੰਮ ਖੜ ਜਾਂਦੇ ਨੇ, ਰਜਿਸਟਰੀਆਂ ਵਗੈਰਾ ਦੇ ਕੰਮ ਨੇ ਜਿਹੜੇ ਖੜ ਜਾਂਦੇ ਨੇ, ਸਟਾਂਪ ਵੀ ਲੋਕਾਂ ਨੂੰ ਨਹੀਂ ਮਿਲਦੇ। ਪੂਰੇ ਦੇਸ਼ ਦੇ ਵਿੱਚ ਟਮਾਟਰ ਦੇ ਭਾਅ ਨੇ ਹੁਣ ਸਭ ਨੂੰ ਲਾਲ ਕਰ ਦਿੱਤਾ ਹੈ। ਭਾਅ 100 ਰੁਪਏ ਨੂੰ ਪਾਰ ਕਰ ਗਏ ਨੇ। ਪੰਜਾਬ ਦੇ ਵਿੱਚ ਟਮਾਟਰ 90 ਤੋਂ ਲੈ ਕੇ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਖੇਤੀ ਮਾਹਿਰ ਦੱਸਦੇ ਨੇ ਕਿ ਟਮਾਟਰ ਉਤਪਾਦਕ ਦੱਖਣੀ ਸੂਬਿਆਂ ਦੇ ਵਿੱਚ ਮੀਂਹ ਕਾਰਨ ਫਸਲ ਖਰਾਬ ਹੋ ਗਈ ਹੈ, ਇਸ ਕਰਕੇ ਭਾਅ ਤੇਜ਼ ਹੋ ਗਏ ਨੇ। ਆਂਧਰਾ ਪ੍ਰਦੇਸ਼ ਟਮਾਟਰ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇੱਥੇ 100 ਰੁਪਏ ਕਿਲੋ ਤੋਂ ਵੀ ਵੱਧ ਟਮਾਟਰ ਵਿਕ ਰਿਹਾ ਹੈ। ਦੇਸ਼ ਵਿੱਚ ਕਈ ਥਾਵਾਂ ਤੇ ਟਮਾਟਰ ਦਾ ਭਾਅ 140 ਰੁਪਏ ਤੱਕ ਵੀ ਪਹੁੰਚ ਗਿਆ। ਪੰਜਾਬ ਦੇ BJP ਲੀਡਰ ਹਰਜੀਤ ਗਰੇਵਾਲ ਨੇ ਕਿਸਾਨਾਂ ਦੇ ਲਈ ਫਿਰ ਆਪਣੀ ਮਾੜੀ ਜ਼ੁਬਾਨ ਖੋਲੀ ਹੈ। ਜਦੋਂ ਕੇਂਦਰੀ ਕੈਬਨਿਟ ਨੇ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੇ ਮੋਹਰ ਲਾ ਦਿੱਤੀ ਹੈ, ਹਰੀ ਝੰਡੀ ਦੇ ਦਿੱਤੀ ਹੈ, ਤਾਂ ਗਰੇਵਾਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਇਹ ਸੰਘਰਸ਼ ਖੇਤੀ ਕਾਨੂੰਨਾਂ ਲਈ, ਕਿਸਾਨਾਂ ਲਈ ਨਹੀਂ ਹੋ ਰਿਹਾ। ਇਹ ਤਾਂ ਪ੍ਰਧਾਨ ਮੰਤਰੀ ਦਾ ਚਿਹਰਾ ਤੇ ਸਰਕਾਰ ਦੀ ਦਿੱਖ ਖਰਾਬ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਇਹ ਜਿਹੜੇ ਕਿਸਾਨ ਹੈਗੇ ਨੇ ਇਸ ਅੰਦੋਲਨ ਨੂੰ 2024 ਤੱਕ ਲਿਜਾਣਾ ਚਾਹੁੰਦੇ ਨੇ, ਪਰ ਹੁਣ ਉਹਨਾਂ ਨੂੰ ਮੁਸ਼ਕਿਲ ਖੜੀ ਹੋ ਗਈ ਹੈ ਕਿ ਕਿਉਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਨੇ। ਇਹ ਹੁਣ ਅੰਦੋਲਨ ਨੂੰ ਗਾਹਾਂ ਲਿਜਾਣ ਦੇ ਬਹਾਨੇ ਲੱਭ ਰਹੇ ਨੇ। ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਅੰਦੋਲਨ ਮੰਗਾਂ ਮਨਵਾਉਣ ਲਈ ਹੋ ਹੀ ਨਹੀਂ ਰਿਹਾ। ਜਦੋਂ ਕਿਸਾਨਾਂ ਨੂੰ ਅਸਲ ਗੱਲ ਸਮਝ ਆ ਗਈ ਤਾਂ ਉਹਨਾਂ ਨੇ ਇਹਨਾਂ ਕਿਸਾਨ ਲੀਡਰਾਂ ਦਾ ਸਾਥ ਹੀ ਨਹੀਂ ਦੇਣਾ। ਪਰ ਗਰਾਊਂਡ ਰਿਐਲਿਟੀ ਹੈ ਜਿਹੜੀ ਉਹ ਕੁਝ ਹੋਰ ਕਹਿੰਦੀ ਹੈ। ਗਰੇਵਾਲ ਸਾਹਿਬ ਕੁਝ ਹੋਰ ਕਹਿ ਰਹੇ ਨੇ। ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਹੋਰ ਖਬਰ ਹੈ, ਪਰ ਇਹ ਜੁੜੀ ਹੋਈ ਹੈ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨਾਲ, ਕਿਉਂਕਿ ਅਰਵਿੰਦ ਕੇਜਰੀਵਾਲ ਕਹਿੰਦੇ ਭਗਵੰਤ ਮਾਨ ਤੇ ਮੋੜ ਵਰੇ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ MP ਭਗਵੰਤ ਮਾਨ ਚਾਹੇ ਇੱਕ ਦੂਜੇ ਦੇ ਨਾਲ ਰਲ ਕੇ ਚੱਲਦੇ ਸਾਨੂੰ ਨਜ਼ਰ ਆ ਰਹੇ ਨੇ, ਪਰ ਕਿਤੇ ਨਾ ਕਿਤੇ ਦੋਹਾਂ ਦੇ ਅੰਦਰੋਂ ਆਪਸੀ ਖਹਿਬਾਜ਼ੀ ਨਹੀਂ ਜਾ ਰਹੀ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੰਨੀ ਝਾਕ ਲਾਈ ਬੈਠੇ ਨੇ, ਜਦਕਿ ਕੇਜਰੀਵਾਲ ਇਸ ਤੇ ਰਾਜ਼ੀ ਨਹੀਂ ਹੈਗੇ। CM ਦੀ ਕੁਰਸੀ ਨੂੰ ਲੈ ਕੇ ਪਹਿਲੀ ਵਾਰੀ ਨਹੀਂ ਜਦੋਂ ਦੋਵਾਂ ਵਿੱਚ ਨਾਰਾਜ਼ਗੀ ਵਧੀ ਹੋਵੇ। ਅਰਵਿੰਦ ਕੇਜਰੀਵਾਲ ਨੂੰ ਅਸਲੀਅਤ ਦੇ ਵਿੱਚ ਕੋਈ ਯੋਗ ਉਮੀਦਵਾਰ ਮਿਲ ਨਹੀਂ ਰਿਹਾ, ਜਿਸ ਕਰਕੇ ਉਹ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿੱਚ ਟਾਲਾ ਵੱਟੀ ਫਿਰਦੇ ਨੇ, ਜਦਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਆਪਣਾ ਹੱਕ ਜਿਤਾ ਰਹੇ ਨੇ। ਅਰਵਿੰਦ ਕੇਜਰੀਵਾਲ ਜਦੋਂ 22 ਨਵੰਬਰ ਨੂੰ ਪੰਜਾਬ ਪਹੁੰਚੇ ਤਾਂ ਦੋਵੇਂ ਲੀਡਰਾਂ ਦੇ ਵਿੱਚ ਮੁੜ ਦੂਰੀਆਂ ਵਧਣ ਦੀ ਸੂਹ ਮਿਲੀ ਹੈ। ਇੱਕ ਸਮਾਗਮ ਦੇ ਵਿੱਚ ਜਦੋਂ ਕੇਜਰੀਵਾਲ ਤੇ ਭਗਵੰਤ ਇੱਕ ਸਟੇਜ ਸਾਂਝੀ ਕਰ ਰਹੇ ਸੀ ਤਾਂ ਉੱਥੇ ਮੌਜੂਦ ਪਾਰਟੀ ਵਰਕਰਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਕੇਜਰੀਵਾਲ ਵੱਟ ਖਾ ਗਏ। ਸਾਬਕਾ IRS ਅਧਿਕਾਰੀ ਕੇਜਰੀਵਾਲ ਮੌਕੇ ਤੇ ਤਾਂ ਚੁੱਪ ਰਹੇ, ਪਰ ਉਹਨਾਂ ਨੇ ਬਾਅਦ ਵਿੱਚ ਇੱਕ ਬੰਦ ਕਮਰਾ ਮੀਟਿੰਗ ਕਰਕੇ ਭਗਵੰਤ ਮਾਨ ਦੀ ਤਕੜੀ ਕਲਾਸ ਲਾਈ। ਦੱਸਿਆ ਤਾਂ ਇਹ ਵੀ ਜਾ ਰਿਹਾ ਕਿ ਭਗਵੰਤ ਮਾਨ ਵੀ ਨਾਰਾਜ਼ ਹੋ ਕੇ ਕੇਜਰੀਵਾਲ ਦੇ ਅਗਲੇ ਸਮਾਗਮ ਤੋਂ ਫਿਰ ਦੂਰ ਹੀ ਰਹੇ।
ਪਤਾ ਇਹ ਵੀ ਲੱਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਚੋਣ ਲਈ ਕਰਵਾਏ ਇੱਕ ਸਰਵੇਖਣ ਦੇ ਵਿੱਚ ਜ਼ਿਆਦਾਤਰ ਵੋਟਾਂ ਭਗਵੰਤ ਮਾਨ ਦੇ ਹੱਕ ਵਿੱਚ ਭੁਗਤੀਆਂ ਨੇ। ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਖੁਦ ਫਸੇ ਹੋਏ ਵੀ ਨਜ਼ਰ ਆ ਰਹੇ ਨੇ। ਹਰ ਵਾਰੀ ਜਦੋਂ ਆਉਂਦੇ ਨੇ ਸੀਐਮ ਚਿਹਰੇ ਨੂੰ ਲੈ ਕੇ ਉਹਨਾਂ ਦਾ ਵੱਖਰਾ ਹੀ ਬਿਆਨ ਹੁੰਦਾ ਹੈ। ਹਜੇ ਤੱਕ ਕਿਸੇ ਬਿਆਨ ਤੇ ਸਟੈਂਡ ਨਹੀਂ ਕੀਤਾ ਕੇਜਰੀਵਾਲ ਨੇ। ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਵੱਲੋਂ ਕਈ ਨਾਮਵਰ ਸ਼ਖਸੀਅਤਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਰਿਹਾ ਹੈ, ਪਰ ਹਾਲੇ ਤੱਕ ਹੱਥ ਪੱਲੇ ਕੁਝ ਨਹੀਂ ਪਿਆ। ਦੂਜੇ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਆਪਣਾ ਪੂਰਾ ਹੱਕ ਦੱਸ ਰਹੇ ਨੇ। ਇੱਥੇ ਇਹ ਵੀ ਦੱਸ ਦਿੰਦੇ ਆ ਕਿ ਭਗਵੰਤ ਮਾਨ ਨੇ ਜਦੋਂ ਕੇਜਰੀਵਾਲ ਦੇ ਕੋਲ ਮੁੱਖ ਮੰਤਰੀ ਦੇ ਅਹੁਦੇ ਦੀ ਆਪ ਮੰਗ ਰੱਖ ਦਿੱਤੀ ਸੀ ਤਾਂ ਉਹ ਭਗਵੰਤ ਨੂੰ ਪਲੋਸ ਕੇ ਪਤਿਆਉਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਏ ਸੀ, ਪਰ ਹਾਲੇ ਵੀ ਦੋਵਾਂ ਦੇ ਦਿਲਾਂ 'ਚ ਦੂਰੀਆਂ ਉਸੇ ਤਰ੍ਹਾਂ नजर आ रही ने। पहली चीज ये एक मिनट मेरे को जवाब देने दो। मेरे को पता था ये पूछेंगे। सबसे पहले हर पार्टी या तो सीएम कैंडिडेट डिक्लेयर करती है और या नहीं करती है। अगर करती है, सीएम कैंडिडेट डिक्लेयर करने के बाद चुनाव फिर ऊपर ही जा सकता है, वो फिर नीचे नहीं आ सकता, वो पीक पे ही जा सकता है। जो पार्टी चुनाव के पहले ये रणनीति बनाती है कि हम सीएम कैंडिडेट डिक्लेयर करेंगे, वो बिल्कुल चुनाव के करीब आने के ऊपर करती है, कोड लगने के करीब आने पे या कोड लगने के बाद करती है। अभी किसी पार्टी ने डिक्लेयर नहीं किया। मैं आपको ये अश्योरेंस दे रहा हूं, बाकियों से पहले कर देंगे हम। ਪੰਜਾਬ ਦੇ ਵਿੱਚ ਕਰੋਨਾ ਦੇ ਕੇਸ ਕਹਿੰਦੇ ਲਗਾਤਾਰ ਵਧ ਰਹੇ ਨੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵੜਿੰਗ ਖੇੜਾ ਦੇ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਦੇ 13 ਵਿਦਿਆਰਥੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਈ ਹੈ। ਖਬਰ ਪਤਾ ਲੱਗਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ। ਸਕੂਲ 14 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਚੀਫ ਮੈਡੀਕਲ ਆਫੀਸਰ ਡਾਕਟਰ ਰੰਜੂ ਸਿੰਗਲਾ ਨੇ ਕਿਹਾ ਕਿ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਹੀ ਸਕੂਲ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਹਲਕਾ ਲੁਧਿਆਣਾ ਨਾਰਥ ਤੋਂ ਪਾਰਟੀ ਦੇ ਸੀਨੀਅਰ ਲੀਡਰ ਆਰ.ਡੀ. ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ 84 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ। ਇਸ ਵਾਰੀ ਬਜ਼ੁਰਗਾਂ ਨੂੰ ਡਾਕ ਦੇ ਜ਼ਰੀਏ ਵੋਟ ਪਾਉਣ ਦਾ ਹੱਕ ਦਿੱਤਾ ਜਾਊਗਾ। ਇਸ ਦੀ ਜਾਣਕਾਰੀ ਦਿੱਤੀ ਹੈ ਭਾਰਤੀ ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ ਹੈ ਕਿ 80 ਸਾਲ ਜਾਂ ਉਸ ਤੋਂ ਵੀ ਵੱਧ ਉਮਰ ਵਾਲੇ ਵੋਟਰਾਂ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ। ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਕਮ ਰੋਲ ਆਬਜ਼ਰਵਰ ਦਲਜੀਤ ਸਿੰਘ ਮਾਂਗਟ ਨੇ ਇਸ ਬਾਰੇ ਮੀਟਿੰਗ ਵੀ ਕੀਤੀ ਹੈ ਅਧਿਕਾਰੀਆਂ ਦੇ ਨਾਲ। ਉਹਨਾਂ ਨੇ ਕਿਹਾ ਕਿ ਸਹੂਲਤ ਦਾ ਲਾਭ ਲੈਣ ਦੇ ਲਈ ਯੋਗ ਵੋਟਰਾਂ ਨੂੰ ਚੋਣ ਜ਼ਾਬਤਾ ਲਾਗੂ ਹੋਣ ਦੇ 1 ਹਫ਼ਤੇ ਦੇ ਅੰਦਰ ਨਿਰਧਾਰਿਤ ਫਾਰਮ ਭਰ ਕੇ ਆਪਣੇ ਖੇਤਰ ਦੇ BLO ਨੂੰ ਦੇਣਾ ਹੋਵੇਗਾ। ਇਸ ਸਹੂਲਤ ਨਾਲ ਜਿੱਥੇ ਬਜ਼ੁਰਗਾਂ ਨੂੰ ਪੋਲਿੰਗ ਬੂਥਾਂ ਤੇ ਆਉਣ ਦੀ ਲੋੜ ਨਹੀਂ ਹੋਵੇਗੀ, ਉੱਥੇ ਹੀ ਵੋਟ ਪ੍ਰਕਿਰਿਆ ਦੇ ਵਿੱਚ ਵਧੇਰੇ ਪਾਰਦਰਸ਼ਤਾ ਵੀ ਹੋਵੇਗੀ, ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਬਜ਼ੁਰਗ ਹੁੰਦੇ ਨੇ, ਜਿਹੜੇ ਤੁਰ ਫਿਰ ਨਹੀਂ ਸਕਦੇ, ਜਿਨ੍ਹਾਂ ਨੂੰ ਦੂਸਰੇ ਦੇ ਸਹਾਰੇ ਦੇ ਨਾਲ ਪੋਲਿੰਗ ਬੂਥ ਤੇ ਲਿਜਾਇਆ ਜਾਂਦਾ ਹੈ, ਉਹਨਾਂ ਦੀ ਵੋਟ ਵੀ ਲਿਆਉਣ ਵਾਲਾ ਹੀ ਪਾਉਂਦਾ ਹੈ। ਤੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਏਜੰਟ ਹੁੰਦੇ ਨੇ, ਉਹ ਆਪਣੇ ਹਿਸਾਬ ਨਾਲ ਵੋਟਰ ਦੀ ਮਰਜ਼ੀ ਤੋਂ ਬਿਨਾਂ ਕਿਤੇ ਵੀ ਵੋਟ ਭੁਗਤਾ ਜਾਂਦੇ ਹੁੰਦੇ ਨੇ ਤੇ ਇਹ ਹੁਣ ਪਰਿਵਾਰ ਦੀ ਮਰਜ਼ੀ ਨਾਲ ਹੀ ਸ਼ਾਇਦ ਪਿਆ ਕਰੇਗੀ। ਪਰ ਇਸ ਮੁਲਕ ਦੇ ਵਿੱਚ ਲੋਕ ਕੋਈ ਵੀ ਚੋਰ ਮੋਰੀ ਕੱਢ ਲੈਂਦੇ ਨੇ ਆਪਣਾ ਫਾਇਦਾ ਦੇਖਣ ਦੇ ਲਈ, ਸੋ ਇਹਦੇ ਵਿੱਚ ਵੀ ਕੋਈ ਨਾ ਕੋਈ ਤਾਂ ਰਾਹ ਕੱਢ ਹੀ ਲੈਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਟਿਆਲਾ ਫੇਰੀ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਨੇ ਹਾਂ। ਇੱਥੇ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪ੍ਰੈਸ ਕਾਨਫਰੰਸ ਕਰਨ ਲੱਗੇ ਸੀ ਤਾਂ ਇੱਥੇ ਹਾਲਾਤ ਤਣਾਅਪੂਰਨ ਹੋ ਗਏ ਸੀ। ਸਥਿਤੀ ਤਣਾਅਪੂਰਨ ਉਦੋਂ ਹੋ ਗਈ ਜਦੋਂ ਹਲਕਾ ਘਨੌਰ ਦੇ ਕਾਂਗਰਸ MLA ਮਦਨ ਲਾਲ ਜਲਾਲਪੁਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਤੇ ਵਿੱਤ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਸ਼ੁਰੂ ਕਰਨ ਹੀ ਲੱਗੇ ਸੀ ਕਿ ਉੱਥੇ ਮੌਜੂਦ ਜਲਾਲਪੁਰ VC ਪ੍ਰੋਫੈਸਰ ਅਰਵਿੰਦ ਨੂੰ ਦੇਖ ਕੇ ਭੜਕ ਗਏ। ਵਿਧਾਇਕ ਨੇ ਕਿਹਾ ਕਿ VC RSS ਦਾ ਬੰਦਾ ਹੈ ਤੇ ਇਹਦੇ ਨਾਲ ਮੈਂ ਨਹੀਂ ਬੈਠਾਂਗਾ। ਮੁੱਖ ਮੰਤਰੀ ਨੇ ਜਲਾਲਪੁਰ ਨੂੰ ਸ਼ਾਂਤ ਕਰਨਾ ਚਾਹਿਆ ਪਰ ਕੋਈ ਗੱਲ ਨਹੀਂ ਸੁਣੀ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ RSS ਦੀ ਸਿਫਾਰਿਸ਼ ਤੇ VC ਲਾਇਆ, ਜਿਸ ਕਰਕੇ ਯੂਨੀਵਰਸਿਟੀ ਦਾ ਮਾਹੌਲ ਇੱਥੇ ਖਰਾਬ ਹੋ ਰਿਹਾ ਹੈ। ਸੋ ਇੱਕ ਨਵੀਂ ਗੱਲ ਹੈ ਜਿਹੜੀ ਉਹ ਦੇਖਣ ਨੂੰ ਸਾਹਮਣੇ ਆਈ ਹੈ
क्योंकि पहला पंजाब यूनिवर्सिटी चंडीगढ़ दे विच भी विद्यार्थी खुले तौर ते संघर्ष करते हैं कि यूनिवर्सिटी नूं RSS अपने शिकंजे दे विच लै रही है, ते जे पंजाबी यूनिवर्सिटी दे विच भी यही हाल हो रहा है तां इस ते जरूर चिंतकां नूं सोचना पवेगा। बेअदबी मामले दे नाल जुड़ी एक अहम खबर है कि इस मामले की जांच कर रही पंजाब पुलिस की विशेष जांच टीम ने डेरा सिरसा की चेयरपर्सन विपासना इंसा और सीनियर वाइस चेयरपर्सन डॉक्टर PR नैन नूं सम्मन जारी किए ने। 26 नवंबर नूं लुधियाणे सद्या है पुछगिछ लई। 2 हफ्ते पहला विशेष जांच टीम ने रोहतक की सुनारिया जेल दे विच बलात्कारी ते कातल राम रहीम तो भी पुछ पड़ताल की सी। बेअदबी के मामले दे विच राम रहीम तो बुरज जवार सिंह वाला ते बरगाड़ी दे विच श्री गुरु ग्रंथ साहिब जी दी जिहदे सरूप की चोरी ते बेअदबी के मामलों संबंधी पुछगिछ की सी ते राम रहीम ने मन्निया नहीं सी कि उसकी बेअदबी मामलों दे विच कोई शमूलीयत हुई है। सिट टीम के मुखी ते IG सुरेंद्र सिंह परमार ने जानकारी दी है कि इन्हां दोवें बीबियां नूं तलब किया गया है, पुछ पड़ताल के लिए सद्या गया है। ते इस दरमियान एक निजी TV चैनल ने यह भी खुलासा किया है कि उन्हां दे कोल ओह सवालों जवाबों की कापी मौजूद है जिस तो खुलासा हुंदा है कि सिट ने राम रहीम तो किहड़े सवाल कीते सी। कुछ सवाल ने जिहड़े असीं तुहानूं दसदे हां उस चैनल दे रैफरेंस दे आधार ते। पहला सवाल सी कि श्री गुरु ग्रंथ साहिब जी नूं चोरी करन दा प्लान किहदा सी। राम रहीम ने कहा मैं बिल्कुल नहीं जानदा। फिर दूसरा सवाल पूछा गया कि श्री गुरु ग्रंथ साहिब जी नूं चोरी करन तो बाद कित्थे लिजाया गया, बाकी अंग कित्थे ने, मैनूं इस बारे कोई जानकारी नहीं है। तीजा सवाल तुहानूं बरगाड़ी दे विच श्री गुरु ग्रंथ साहिब जी की बेअदबी बारे किसी ने दस्सिया, कहंदे मैं सत्संग लई जा रहा सी, मैनूं दर्शन सिंह ने जानकारी दी, मैं कहा काफ़ी गलत काम होया, उन्हें नहीं दस्सिया किहने बेअदबी की। अगला सवाल पूछा बेअदबी करन पिछे तुहाडी सोच की सी, की उह सफल हुई। वो कह रहा कि असीं कोई बेअदबी नहीं की, ना ही अजिहा करन दा किसी नूं हुक्म दिता। उस तो बाद अगला सवाल पूछा कि खास एक हिस्से विच बेअदबी करन पिछे की मंशा सी, उधर ही फरीदकोट जिले दे विच। राम रहीम कहंदा मैं कोई कुछ नहीं जानदा, सिखां तो बदला लैण लई की कोई गुप्त मीटिंग की योजना सी, ना तां कोई अजिही मीटिंग हुई, ना ही अजिही कोई योजना सी। इह उहदा आंसर सी। श्री गुरु ग्रंथ साहिब जी खिलाफ ते सिख धर्म के खिलाफ पोस्टर लाना किहदा प्लान सी। वो कह रहा मैनूं इस बारे कोई जानकारी नहीं, यानी कि वो तो काउंटर क्वेश्चन ने जिहड़े कीते ही नहीं गए। वो कह रहा मैं नहीं जानदा, मैनूं कोई जानकारी नहीं। उस तो बाद अगला सवाल आ रहा सी कि तुसी डेरा प्रेमी सुखजिंदर सिंह नूं जानदे हो, जो पोस्टर च हैंडराइटिंग सी वो सुखजिंदर सिंह की हैंडराइटिंग नाल मैच हो गई है। वो कहता कि मैं अजिहे किसी शख्स नूं जानदा ही नहीं। कि महिंदरपाल बिट्टू दा कतल बेअदबी करके होया। कहना मैनू जेल के अधिकारी ने दस्सिया सी पर कतल क्यों होया ना ही मैनू दस्सिया गया, ना ही मैं कदे किसी नूं पुछया। बुरज जवार सिंह वाला विच माझी दे दीवान च लॉकेट सुट्टण बारे किहने दस्सिया, इस बारे मैनू कुछ नहीं पता, मैं तो तुहाडे तो सुण रिहा, जिहने कीता भगवान उन्हां नूं अकल देवे। इस तरह के आंसर दिते बलात्कारी ते कातल साध ने। डेरे नाल जुड़े लॉकेट सुट्टण पिछे तुहाडा एक्शन प्लान की सी। कहंदा भगवान सारिआं नूं सुमत बख्शी, मैं कुछ नहीं कहना चाहुंदा, ना मैं किसी नूं कुछ कहा। फिर ये पूछा कि तुहाडे दादूवाल ढड्डरियां वाले पंथप्रीत ते माझी नाल किस तरह के रिश्ते सी। राम रहीम फिर कहंदा कि मैं इन्हां चों किसी नूं जाणदा ही नहीं। गुखियां वाली विच साडे काफले ते हमला होया सी, उस वेले मैं ड्राइवर नूं गल्लां करदे सुणिया सी कि हमले पिछे दादूवाल दा हत्थ हो सकदा है, यानी कि कह रहा कि मैं किसी नूं जाणदा ही नहीं। फिर पुलिस ने पूछा कि साडी जांच सामने आया तुसीं दादूवाल दा कतल करना चाहुंदे सी। राम रहीम कहंदा मैं किसी तो सुनिया सी कि दादूवाल मेरा कतल करना चाहुंदा है, पर साडी किसी नाल कोई दुश्मनी नहीं, ना ही असीं किसी नूं मारना चाहुंदे हां। फिर एक बड़ा अहम सवाल पूछा पुलिस ने कि तुसीं किहड़े धार्मिक ग्रंथ नूं मानदे हो, की तुहानूं श्री गुरु ग्रंथ साहिब बारे मुढ़ली जानकारी है। कहते गुरु ग्रंथ साहिब जी की पवित्र बाणी तो इलावा रामायण, गीता, बाइबल ते कुरान शरीफ मैं पढ़दा। इस तरह का आंसर दिता। उन्हें नहीं कहा कि मैं किहड़े एक धार्मिक ग्रंथ नूं मानदा, कहंदा कि मैं सब पढ़दा। तुसीं धार्मिक गुरु हो, फिर अपने समर्थकों तो बेअदबी क्यों करवाई। कहना मैं किसी भी अजिहा करन लई नहीं कहा। कि डेरा सिरसा विच श्री गुरु ग्रंथ साहिब रखिया होया है। वो कहंदा नहीं। भगौड़े मुलजम हुण कित्थे ने, मैनूं कोई जानकारी नहीं। जामे इंसा पिछे की मंशा सी, किसने सलाह दित्ती सी, मैनूं किसी ने सलाह नहीं दित्ती। जामे इंसा करन तो बाद माफ़ी मंगण लई किसने कहा सी कि तुसीं माफ़ीनामे ते दस्तखत कीते सी। कहंदा 4 धर्मां दे प्रचारकां दे कहण ते मैं माफ़ी मंगी सी, मैं उन्हां दे नां ही नहीं जानदा। देखो किड्डी चलाकी वाले आंसर ने कि 4 धर्मां दे प्रचारकां दे कहण ते माफ़ी मंगी पर उन्हां दे नां नहीं जानदा। बंदा एडा भोला किद्दां हो सकदा है। ਜਿਹੜੀ पोशाक ਨੂੰ ਲੈ ਕੇ ਵਿਵਾਦ ਹੋਇਆ ਸੀ ਉਹ ਹੁਣ ਕਿੱਥੇ ਹੈ। ਕਹਿੰਦਾ ਸ਼ਾਇਦ ਪੁਲਿਸ ਕੋਲੇ ਹੋਊਗੀ। ਪੰਜਾਬ 'ਚ ਤੁਹਾਡੀ ਫਿਲਮ ਦਾ ਵਿਰੋਧ ਹੋਇਆ ਸੀ, ਕਿਹਨੇ ਰਿਲੀਜ਼ ਕਰਵਾਈ। ਕਹਿੰਦਾ ਮੈਨੂੰ ਦਰਸ਼ਨ ਸਿੰਘ ਨੇ ਦੱਸਿਆ ਸੀ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋ ਰਹੀ, ਕੌਣ ਵਿਰੋਧ ਕਰ ਰਿਹਾ ਹੈ ਇਹ ਨਹੀਂ ਦੱਸਿਆ।
ਸੋ ਵਿਰੋਧ ਤਾਂ ਸਿੱਖ ਕਰ ਰਹੇ ਸੀ ਤੇ ਇਹ ਹੋ ਸਕਦਾ ਕਿ ਰਾਮ ਰਹੀਮ ਨੂੰ ਪਤਾ ਨਾ ਹੋਵੇ ਕਿ ਵਿਰੋਧ ਕੌਣ ਕਰ ਰਿਹਾ ਸੀ। ਕਹਿੰਦੇ ਨੇ ਕਿ ਮੈਸੇਂਜਰ ਆਫ ਗॉड 2 ਰਿਲੀਜ਼ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੇ ਮਾਫੀਨਾਮਾ ਵਾਪਸ ਕਿਉਂ ਲਿਆ ਸੀ। ਕਹਿੰਦਾ ਮੈਨੂੰ ਦਰਸ਼ਨ ਸਿੰਘ ਨੇ ਇਸ ਬਾਰੇ ਦੱਸਿਆ ਸੀ ਪਰ ਕਾਰਨ ਨਹੀਂ ਦੱਸਿਆ, ਇਸ ਬਾਰੇ ਦਰਸ਼ਨ ਸਿੰਘ ਹੀ ਦੱਸ ਸਕਦਾ ਹੈ। ਯਾਨੀ ਕਿ ਵਾਰੀ-ਵਾਰੀ ਦਰਸ਼ਨ ਸਿੰਘ ਦਾ ਨਾਮ ਲੈ ਰਿਹਾ। ਹੁਣ ਇਹ ਦਰਸ਼ਨ ਸਿੰਘ ਕੌਣ ਹੈ ਤਾਂ ਪੁਲਿਸ ਹੀ ਜਾਣਦੀ ਹੈ। ਦਰਸ਼ਨ ਸਿੰਘ ਦੇ ਸਿਰ 'ਚ ਸਾਰੀ ਗੱਲ ਹੈ ਜਿਹੜੀ ਉਹ ਰਾਮ ਰਹੀਮ ਨੇ ਸੁੱਟ ਦਿੱਤੀ ਹੈ। ਹੋ ਸਕਦਾ ਹੈ ਕੋਈ ਖਾਸ ਰੰਜਿਸ਼ ਹੋਵੇ ਇਸ ਬੰਦੇ ਨਾਲ, ਜਾਂ ਕਿਉਂਕਿ ਜੇ ਬਹੁਤ ਖਾਸ ਬੰਦਾ ਹੋਵੇ ਉਹਦਾ ਨਾਮ ਤਾਂ ਲਿਆ ਨਹੀਂ ਹੈਗਾ, ਹਨੀਪ੍ਰੀਤ ਦਾ ਨਾਮ ਕਿਤੇ ਵੀ ਨਹੀਂ ਲਿਆ ਹੈਗਾ। 18 ਸਤੰਬਰ 2015 ਨੂੰ ਮੈਸੇਂਜਰ ਆਫ ਗॉड 2 ਰਿਲੀਜ਼ ਹੁੰਦੀ ਹੈ। 24 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੁਹਾਨੂੰ ਮਾਫ ਕਰ ਦਿੰਦਾ ਹੈ। ਇਹਦਾ ਕੀ ਕਨੈਕਸ਼ਨ ਹੈ? ਰਾਮ ਰਹੀਮ ਕਹਿੰਦਾ ਹੈ ਦਰਸ਼ਨ ਸਿੰਘ ਮੇਰੇ ਕੋਲ ਇੱਕ ਚਿੱਠੀ ਲੈ ਕੇ ਆਇਆ ਸੀ ਜਿਸ ਤੇ ਮੈਂ ਦਸਤਖਤ ਕੀਤੇ। ਹੁਣ ਦਰਸ਼ਨ ਸਿੰਘ ਕੌਣ ਹੈ ਤੇ ਦਰਸ਼ਨ ਸਿੰਘ ਨੂੰ ਉਹ ਚਿੱਠੀ ਕਿਹਨੇ ਦਿੱਤੀ? ਕਿ ਦਰਸ਼ਨ ਸਿੰਘ ਨੇ ਆਪ ਲਿਖ ਲਈ? ਰਾਮ ਰਹੀਮ ਨੇ ਸਿਰਫ ਦਸਤਖਤ ਕੀਤੇ ਕਿਉਂਕਿ ਇਸ ਚਿੱਠੀ ਨੂੰ ਲੈ ਕੇ ਪਹਿਲਾਂ ਵੀ ਬਹੁਤ ਕੁਝ ਸਿੱਖ ਧਰਮ ਦੇ ਵਿੱਚ ਹੋ ਚੁੱਕਿਆ। 2-3 ਸਵਾਲ ਹੋਰ ਨੇ ਜਿਹੜੇ ਤੁਹਾਨੂੰ ਦੱਸ ਦਿੰਦੇ ਆ। ਕਹਿੰਦੇ ਤੁਸੀਂ ਆਪਣੇ ਕੁੜਮ ਨੂੰ ਕਿਉਂ ਮਾਰਨਾ ਚਾਹੁੰਦੇ ਸੀ? ਮੌੜ ਮੰਡੀ ਬਲਾਸਟ ਪਿੱਛੇ ਕੀ ਮਨਸ਼ਾ ਸੀ? ਰਾਮ ਰਹੀਮ ਕਹਿੰਦਾ ਇਹ ਬਿਲਕੁਲ ਗਲਤ ਹੈ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ। ਖੱਟਾ ਸਿੰਘ ਤੋਂ ਬਾਅਦ ਤੁਹਾਡਾ ਡਰਾਈਵਰ ਕੌਣ ਸੀ? ਰਾਮ ਰਹੀਮ ਕਹਿ ਰਿਹਾ ਕਿ ਖੱਟਾ ਸਿੰਘ ਕਦੇ ਮੇਰਾ ਡਰਾਈਵਰ ਹੀ ਨਹੀਂ ਰਿਹਾ, ਫੂਲ ਮੇਰਾ ਡਰਾਈਵਰ ਸੀ। ਸੋ ਐਡਾ ਵੱਡਾ ਝੂਠ, ਕਿਉਂਕਿ ਖੱਟਾ ਸਿੰਘ ਅੱਜ ਤੱਕ ਬਹੁਤ ਸਾਰੇ ਜਿਹੜੇ ਕਾਰਨਾਮੇ, ਬਹੁਤ ਸਾਰੀਆਂ ਕਰਤੂਤਾਂ ਦੱਸ ਚੁੱਕਿਆ ਰਾਮ ਰਹੀਮ ਦੀਆਂ। ਹਨੀਪ੍ਰੀਤ ਕੌਣ ਹੈ? ਕਿ ਉਸਨੂੰ ਗੋਦ ਲੈਣ ਲਈ ਕੋਈ ਕਾਗਜ਼ ਤਿਆਰ ਕੀਤੇ ਸੀ? ਕਹਿੰਦਾ ਹੈ ਕਿ ਉਹਦੇ ਆਪਣੇ ਸਹੁਰੇ ਪਰਿਵਾਰ ਨਾਲ ਮਤਭੇਦ ਸੀ, ਆਪਣੇ ਪਰਿਵਾਰ ਨਾਲ ਡੇਰੇ ਚ ਆਉਂਦੀ ਸੀ, ਇਸ ਲਈ ਮੈਂ ਉਸਨੂੰ ਧਾਰਮਿਕ ਧੀ ਬਣਾ ਲਿਆ। ਸੋ ਇਹ ਜਵਾਬ ਨੇ ਉਸ ਡੇਰੇ ਦੇ ਜਿਸ ਡੇਰੇ ਨੂੰ ਸਾਲਾਂ ਤੋਂ ਇਹ ਚਲਾ ਰਿਹਾ ਸੀ। ਜਿਹੜਾ ਕਿਹਾ ਜਾ ਸਕਦਾ ਹੈ ਕਿ ਉਸ ਡੇਰੇ ਦੇ ਅੰਦਰ ਪਤਾ ਨਹੀਂ ਕੀ ਕੁਛ ਅਪਰਾਧ, ਕਿਹੜੇ ਅਪਰਾਧਾਂ ਨੂੰ ਜਨਮ ਦਿੱਤਾ ਗਿਆ, ਕਿਹੜੇ ਜੁਰਮ ਉੱਥੇ ਕੀਤੇ ਗਏ ਨੇ। ਜਿਹੜਾ ਚੋਲਾ ਹੈ ਉਹ ਧਾਰਮਿਕਤਾ ਦਾ ਪਹਿਨਿਆ ਗਿਆ, ਜਿਹੜਾ ਚੋਲਾ ਹੈ ਉਹ ਰੂਹਾਨੀਅਤ ਦਾ ਪਹਿਨ ਕੇ ਇਸ ਤਰ੍ਹਾਂ ਦੀਆਂ ਕਰਤੂਤਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ, ਜਿਸ ਕਰਕੇ ਸਾਧ ਜੇਲ੍ਹ ਦੇ ਵਿੱਚ ਬੈਠਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।